ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਗੁਰਪ੍ਰੀਤ ਕੌਰ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹੈਗੇ ਆ। ਐਵਰੀ ਵੀਕ ਅਸੀਂ ਇੱਕ ਨਵਾਂ ਟੌਪਿਕ ਇੱਕ ਅਹਿਮ ਮਸਲੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਹਰ ਵੀਕ ਸਾਡੇ ਨਾਲ ਦੁਨੀਆ ਦੇ ਵੱਖ-ਵੱਖ ਕੋਨੇ ਤੋਂ ਇੱਕ ਇਹੋ ਜਿਹੀ ਹਸਤੀ ਜੁੜਦੀ ਹੈਗੀ ਆ ਜਿਹੜੀ ਕਿ ਉਸ ਫੀਲਡ ਦੇ ਵਿੱਚ ਐਕਸਪਰਟ ਨੇ ਜਾਂ ਮੱਲਾਂ ਮਾਰ ਰਹੇ ਨੇ। ਤੇ since lockdown has been announced in various countries throughout the world since March this year, one thing that has been consistently been discussed is mental health. Why? क्योंकि ਇੱਦਾਂ ਦੇ unprecedented time ਜਿਹੜੇ ਨੇ ਇਹ ਕਿਸੇ ਨੇ ਵੀ ਪਹਿਲਾਂ ਆਪਣੀ ਲਾਈਫ 'ਚ ਨਹੀਂ ਦੇਖੇ। Times where meeting each other is equivalent to getting yourself in some kind of danger. ਕਦੇ ਵੀ ਇੱਦਾਂ ਨਹੀਂ ਹੋਇਆ ਕਿ ਤੁਸੀਂ ਆਪਣੇ ਸਿਆਣੇ ਮਾਂ-ਬਾਪ ਜਾਂ ਬੀਬੀ ਬਾਬਾ ਜੀ ਨੂੰ ਮਿਲੋਗੇ ਤਾਂ ਉਹਨਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੋ ਸਕਦਾ ਹੈਗਾ। ਪਹਿਲੀ ਵਾਰੀ ਇੱਦਾਂ ਹੋਇਆ ਆ ਕਿ ਤੁਸੀਂ ਜਿੰਨਾ ਆਈਸੋਲੇਸ਼ਨ ਦੇ ਵਿੱਚ ਰਹੋਗੇ, ਜਿੰਨਾ ਇਕੱਲੇ ਰਹੋਗੇ, ਉਨਾ ਹੀ ਤੁਹਾਡੇ ਤੇ ਦੂਸਰਿਆਂ ਵਾਸਤੇ ਬਿਹਤਰ ਹੈਗਾ ਆ। Never in human history have we witnessed something like this, where this kind of scenario is called the new normal. ਤੇ ਇਸੇ ਗੱਲ ਕਾਰਨ ਕਾਫੀ ਲੋਕ ਨੇ ਜਿਹੜੇ ਆਈਸੋਲੇਸ਼ਨ ਤੋਂ ਮੈਂਟਲ ਹੈਲਥ ਦੀ ਪ੍ਰੋਬਲਮਸ 'ਚ ਉਤਰ ਚੁੱਕੇ ਨੇ। ਤੇ ਇਸੇ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਅੱਜ ਜੁੜੇ ਨੇ ਇੱਕ ਖਾਸ ਮਹਿਮਾਨ। ਖਾਸ ਇਸ ਕਰਕੇ ਕਿਉਂਕਿ ਉਹ ਸਿਰਫ ਯੂਕੇ ਤੋਂ ਹੀ ਨਹੀਂ, ਸਾਡੇ ਨਾਲ ਸਪੈਸ਼ਲੀ ਕੈਨੇਡਾ ਤੋਂ ਜੁੜੇ ਨੇ ਬੈਸਟ ਐਫਰਟਸ ਕਰਕੇ। ਆਓ ਸਵਾਗਤ ਕਰਦੇ ਹਾਂ ਪਲਵਿੰਦਰ ਗਿੱਲ ਦਾ, ਜਿਹੜਾ ਕਿ ਕੈਨੇਡਾ ਦੇ ਵਿੱਚ ਰਜਿਸਟਰਡ ਕਲੀਨਿਕਲ ਕਾਉਂਸਲ ਨੇ ਤੇ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀਜ਼ ਦੇ ਨਾਲ ਕੰਮ ਵੀ ਕਰ ਰਹੇ ਨੇ। ਪਲਵਿੰਦਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਲਵਿੰਦਰ। ਜਿੱਦਾਂ ਮੈਂ ਦੱਸਿਆ ਕਿ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਸੈਟਰਡੇ ਦਾ ਟਾਈਮ ਦਿੱਤਾ। ਮੈਂ ਜਾਣਦੀ ਹਾਂ ਕਿ ਤੁਸੀਂ ਕਿੰਨੇ ਬਿਜ਼ੀ ਸੀਗੇ, ਲੇਕਿਨ ਫਿਰ ਵੀ ਤੁਸੀਂ ਸਿੱਖ ਚੈਨਲ ਤੇ ਸਿੱਖ ਚੈਨਲ ਦੇ ਸਾਰੇ ਯੂਕੇ 'ਚ ਵੱਸਦੇ, ਪੂਰੀ ਦੁਨੀਆ 'ਚ ਵੱਸਦੇ ਜਿਹੜੇ ਵਿਊਅਰਸ ਨੇ ਉਹਨਾਂ ਵਾਸਤੇ ਤੁਸੀਂ ਟਾਈਮ ਕੱਢਿਆ। ਐਂਡ that goes on to show that how much passion you have to really get the word out there and help people. So I'd first like you to tell us that at present, what are you working on and professionally ਤੁਸੀਂ ਆਪਣੇ career 'ਚ ਹਾਲੇ ਕੀ ਕਰ ਰਹੇ ਆ, and then we can go further with our conversation. ਹਾਂਜੀ, ਥੈਂਕ ਯੂ ਗੁਰਪ੍ਰੀਤ। the pleasure is all mine. ਸੋ ਜਿੰਨਾ ਵੀ ਇਹ ਵਰਡ ਅਸੀਂ ਮੈਂਟਲ ਹੈਲਥ ਦਾ ਬਾਹਰ ਤੱਕ ਪਹੁੰਚਾ ਸਕੀਏ, ਸੋ ਤੁਹਾਡੇ ਵਰਗੇ ਜਿਹੜੇ ਮੀਡੀਅਮ ਆ ਇਟਸ ਅ ਗ੍ਰੇਟ ਕਮਿਊਨੀਕੇਟਰ, ਬਿਕਾਜ਼ ਬਹੁਤ ਸਾਰੇ ਲੋਕਾਂ ਕੋਲ ਸਿੱਖ ਚੈਨਲ ਪਹੁੰਚਦਾ ਵਾ। ਸੋ ਇਹ ਤੋਂ ਬੈਟਰ ਹੋ ਹੀ ਨਹੀਂ ਸਕਦਾ ਸੀ ਕੁਝ। ਹਾਂਜੀ, ਕਰੰਟਲੀ ਮੈਂ ਐਕਚੁਅਲੀ ਮੇਰਾ ਜਿਹੜਾ ਪ੍ਰੀਵੀਅਸ ਵਰਕ ਆ, ਮੈਂ ਜ਼ਿਆਦਾ ਐਡਿਕਸ਼ਨ ਦੇ ਵਿੱਚ ਬਹੁਤ ਕੰਮ ਕੀਤਾ ਵਾ। ਐਡਿਕਸ਼ਨ ਸੈਂਟਰਸ ਦੇ ਵਿੱਚ ਕਾਫੀ ਮੈਂ ਕੰਮ ਕੀਤਾ, ਫਿਰ ਮੈਂ ਪ੍ਰਿਜ਼ਨ ਦੇ ਵਿੱਚ ਵੀ ਕਾਫੀ ਕੰਮ ਕੀਤਾ ਵਾ। ਹੁਣ ਕਰੰਟਲੀ ਜਿਹੜੇ ਮੈਂ ਲੋਕਾਂ ਨਾਲ ਕੰਮ ਕਰ ਰਹੀ ਹਾਂ, ਉਹ ਮੋਸਟ ਆਫ ਦਾ ਲੋਕ ਪ੍ਰੋਬੇਸ਼ਨ ਤੇ ਹੁੰਦੇ ਨੇ। ਜਿਹੜੇ ਲੋਕ ਪ੍ਰਿਜ਼ਨ ਤੋਂ ਰਿਲੀਜ਼ ਹੋ ਕੇ ਉਹਨਾਂ ਤੇ ਪ੍ਰੋਬੇਸ਼ਨ ਲਾਈ ਜਾਂਦੀ ਆ, ਸੋ ਫਿਰ ਮੈਂ ਉਹਨਾਂ ਲੋਕਾਂ ਨੂੰ ਦੇਖਦੀ ਹਾਂ ਕਿ ਉਹਨਾਂ ਦੀ ਕਾਉਂਸਲਿੰਗ ਅਸੀਂ ਕਰਦੇ ਹਾਂ ਔਨਗੋਇੰਗ। ਸੋ ਰਾਈਟ ਨਾਓ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਿਹੜੇ ਲੋਕ ਪ੍ਰੋਬੇਸ਼ਨ ਤੇ ਰਿਲੀਜ਼ ਕੀਤੇ ਜਾਂਦੇ ਨੇ, ਜਾਂ ਦੂਸਰੇ ਕਿਸੇ ਕ੍ਰਾਈਮ ਕਰਕੇ ਜਿਹੜੇ ਲੋਕ ਪ੍ਰੋਬੇਸ਼ਨ ਤੇ ਰਿਲੀਜ਼ ਕੀਤੇ ਜਾਂਦੇ ਨੇ, ਉਹਨਾਂ ਨੂੰ ਮੈਂ ਕਾਉਂਸਲ ਕਰਦੀ ਹਾਂ। ਜੀ ਪ੍ਰਵਿੰਦਰ, ਥੈਂਕ ਯੂ ਵੈਰੀ ਮਚ। ਤੇ ਪ੍ਰਵਿੰਦਰ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਇਹ ਕਨਵਰਜ਼ੇਸ਼ਨ ਹੈਗੀ ਆ ਤੁਹਾਡੀ ਤੇ ਮੇਰੀ, ਜਿੱਥੇ ਬਿਕਾਜ਼ ਮੈਂ ਆਪ ਇੰਨੇ ਸਾਰੇ ਜਿਹੜੇ ਆਪਾਂ ਆਰਟੀਕਲ ਪੜ੍ਹਦੇ ਹੈਗੇ ਆ, ਓਬਵੀਅਸਲੀ ਮੈਂ ਕੋਈ ਐਕਸਪਰਟ ਨਹੀਂ ਹੈਗੀ, ਬਟ ਕਿੰਨੀ ਵਾਰੀ ਅਸੀਂ ਇਹ ਸੁਣੀਦਾ ਹੈਗਾ ਆ that there are so many international students coming to UK and Canada over there, and suddenly such kind of circumstances happening where they have to be locked inside. ਕਿੰਨੇ ਲੋਕ ਨੇ ਜਿਹੜੇ ਡਿਪੈਂਡ ਕਰਦੇ ਨੇ ਕਿ ਯੂਨੀਵਰਸਿਟੀ ਕਾਲਜ ਆਵਰਸ ਦੇ ਬਾਅਦ ਅਸੀਂ ਜੌਬ ਕਰਾਂਗੇ ਐਂਡ ਜਿੰਨੀ ਮਿਨੀਮਮ ਵੇਜ ਹੈਗੀ ਆ ਉਹਦੇ ਨਾਲ ਆਪਣਾ ਜਿਹੜਾ ਗੁਜ਼ਾਰਾ ਕਰਾਂਗੇ। ਬਟ ਦੈਨ ਸਾਡੇ ਵਰਗਿਆਂ ਦਾ ਜਿੱਦਾਂ ਸਰ ਜਾਂਦਾ ਆ, ਪਰ ਜਿਹੜੇ ਆਏ ਨੇ, ਪਰਾਏ ਦੇਸ਼ ਆਏ ਨੇ, ਨਾ ਪੈਸੇ ਹੈਗੇ ਨੇ, ਨਾ ਕਿਤੇ ਬਾਹਰ ਜਾ ਸਕਦੇ ਨੇ, ਨਾ ਕਿਸੇ ਨੂੰ ਐਕਚੁਅਲੀ ਹੈਲਪ ਮੰਗ ਸਕਦੇ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿੰਨੀਆਂ ਹਾਲਤ, ਵੈਸੇ ਤਾਂ ਸਾਰੇ ਹੀ ਆਪਣੇ ਆਪਣੇ ਘਰਾਂ 'ਚ ਸਫਰ ਕਰ ਰਹੇ ਨੇ, ਬਟ ਸਪੈਸੀਫਿਕਲੀ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ ਦੇਖੋ ਜਿਵੇਂ ਗੁਰਪ੍ਰੀਤ ਜੀ, ਸੋ ਸਭ ਤੋਂ ਪਹਿਲਾਂ ਤਾਂ ਇਹ ਬੜਾ ਜ਼ਰੂਰੀ ਹੈ ਕਿ ਵੀ ਹੈਵ ਟੂ ਮੇਕ ਸ਼ੋਰ ਦੈਟ ਐਵਰੀਬਡੀ ਇਜ਼ ਫੀਲ ਹਰਡ ਐਂਡ ਸੀਨ। ਐਂਡ ਆਲਦੋ ਹਮ ਹਰ ਬੰਦਿਆਂ ਦੀ ਜਿਹੜੀ ਸਟਰਗਲ ਆ ਵੱਖਰੀ ਹੋ ਸਕਦੀ ਹੈ, ਕਿਸੇ ਦੀ ਜੌਬ ਗਈ ਆ, ਕਿਸੇ ਦੀ ਨਹੀਂ ਹੈਗੀ, ਕਿਸੇ ਦੀ ਬੱਚਿਆਂ ਦੀ ਪ੍ਰੋਬਲਮ ਆ, ਕਿਸੇ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ, ਸੋ ਵੱਖਰੀਆਂ ਵੱਖਰੀਆਂ ਪ੍ਰੋਬਲਮਾਂ ਹੋ ਸਕਦੀਆਂ। ਪਰ ਅਸੀਂ ਸਾਰੇ ਹੀ ਫੋਰ ਐਗਜ਼ਾਮਪਲ ਜੇ ਅਸੀਂ ਕਹੀਏ ਕਿ ਇੱਕ ਜਾਣੇ ਦੀ ਲੱਤ ਟੁੱਟੀ ਵੀ, ਇੱਕ ਜਾਣੇ ਦੀ ਬਾਂਹ ਟੁੱਟੀ, ਇੱਕ ਜਾਣੇ ਦੀ ਲੱਤ ਟੁੱਟੀ, ਇੱਕ ਜਾਣੇ ਦੀ ਬਾਂਹ ਟੁੱਟੀ ਵੀ ਹੈ, ਐਂਡ ਲੱਤ ਵਾਲਾ ਜ਼ਿਆਦਾ ਸਫਰ ਕਰਦਾ ਬਾਂਹ ਨਾਲ, ਨੋ, ਉਹਨਾਂ ਦਾ ਆਪਦਾ ਵੈਲਿਡ ਆ। ਹਮ ਜਿਹੜੀ ਲਾਸ ਅਸੀਂ ਸਾਰਿਆਂ ਨੇ ਮਹਿਸੂਸ ਕੀਤੀ ਹੈ, ਅਸੀਂ ਸਾਰੇ ਸਫਰ ਕਲੈਕਟਿਵ। ਇਹ ਫਰਸਟ ਟਾਈਮ ਆ ਜਦੋਂ ਦੇ ਆਈ ਗੈਸ ਅਸੀਂ ਆਈ ਮੀਨ ਜ਼ਿੰਦਗੀ ਦੇਖੀ ਆ ਕਿ ਅਸੀਂ ਹਮ ਇੱਕ ਕਲੈਕਟਿਵ ਗ੍ਰੀਫ ਸਫਰ ਕਰ ਰਹੇ, ਕਲੈਕਟਿਵ ਲਾਸ। ਲਾਈਕ ਅਸੀਂ ਹਰ ਜੀ ਜਾਣਾ ਇੱਕ ਹੀ ਟਾਈਮ ਤੇ ਸਫਰ ਕਰ ਰਿਹਾ। ਮੋਸਟ ਆਫ ਦਾ ਟਾਈਮ ਹੁੰਦਾ ਸੀ ਕਿ ਫਿਰ ਸਮਾਲ ਗਰੁੱਪ ਲਾਈਕ ਕੋਈ ਲਾਸ ਹੁੰਦਾ ਸੀਗਾ, ਐਂਡ ਪੂਰੇ ਲੈਵਲ ਤੇ ਪੀਪਲ ਵਰ ਸਟਿਲ ਓਕੇ, ਬਟ ਨਾਓ we're collectively sort of experiencing this loss, so everybody is at loss at a different level. The one thing we have to make sure is that we ask for help. ਇਹ ਰਿਸਰਚ ਵੀ ਮੰਨਦਾ ਕਿ we're not good at asking for help, because ਅਸੀਂ ਜਿਸ ਕਲਚਰ ਦੇ ਵਿੱਚ ਰਹਿੰਦੇ ਆ, ਉਸ ਕਲਚਰ ਦੇ ਵਿੱਚ ਸਾਨੂੰ ਸੈਲਫ ਰਿਲਾਇੰਟ, ਸੈਲਫ ਇੰਡੀਪੈਂਡੈਂਟ ਬਣਾਉਣਾ ਸਿਖਾਇਆ ਜਾਂਦਾ ਵਾ। ਐਂਡ ਜਦੋਂ ਅਸੀਂ ਸੈਲਫ ਰਿਲਾਈ ਬਣਦੇ ਆ, ਲੋਕੀ ਸਾਨੂੰ ਸਟਰੋਂਗ ਪਰਸੀਵ ਕਰਦੇ ਆ। ਪੀਪਲ ਥਿੰਕ you're very strong, you did it all yourself, but this is not the time to do it all yourself, this is the time to ask for help. ਅਸੀਂ ਮਦਦ ਮੰਗਣੀ ਇੱਕ ਕਮਜ਼ੋਰੀ ਨਹੀਂ, ਮਦਦ ਮੰਗਣੀ ਸਾਡੀ ਇੱਕ ਤਾਕਤ ਬਣਨੀ ਚਾਹੀਦੀ ਹੈ ਇਸ ਟਾਈਮ ਦੇ ਵਿੱਚ। ਸੋ ਅਸੀਂ ਮਦਦ ਕਰਨੀ ਵੀ ਇੱਕ ਤਾਕਤ ਮੰਨੀਏ, ਤੇ ਅਸੀਂ ਮਦਦ ਮੰਗਣੀ ਵੀ ਇੱਕ ਤਾਕਤ ਮੰਨੀਏ, ਕਿਉਂਕਿ ਦੋਨੇ ਹੀ ਪੈਟਰਨ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਟਰੋਡਿਊਸ ਕਰਨੇ ਪੈਣੇ ਆ, ਜੇ ਉਹ ਸਾਡੀ ਜ਼ਿੰਦਗੀ ਦਾ ਪਹਿਲਾ ਹਿੱਸਾ ਨਹੀਂ ਸੀਗੇ। ਜੀ ਪਰਵਿੰਦਰ, ਬਿਲਕੁਲ ਸਹੀ ਤੁਸੀਂ ਕਿਹਾ ਹੈਗਾ। ਜਦੋਂ ਤੁਸੀਂ ਪਰਵਿੰਦਰ ਕਹਿੰਦੇ ਆ ਕਿ ਸਾਨੂੰ ਮਦਦ ਮੰਗਣੀ ਚਾਹੀਦੀ ਹੈ, ਮਸਟ ਆਸਕ ਫॉर ਹੈਲਪ, ਕਈ ਵਾਰੀ ਇੱਦਾਂ ਹੁੰਦਾ ਹੈ ਜਿੱਦਾਂ ਆਪਾਂ ਸਿਆਣਿਆਂ ਦੀ ਗੱਲ ਕਰ ਸਕਦੇ ਹਾਂ, ਦੈਟ ਉਹਨਾਂ ਦੇ ਵਿੱਚ ਇੱਕ ਤਰੀਕੇ ਦੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਡ ਵੀ ਹੁੰਦੀ ਆ, ਦੈਟ ਇਹ ਤਾਂ ਸਾਡਾ ਕੰਮ ਹੈਗਾ ਨਿਆਣਿਆਂ ਵਾਸਤੇ ਹੈਲਪ ਕਰਨਾ, ਉਹਨਾਂ ਦੀ ਗੱਲ ਸੁਣਨਾ, ਤੇ ਨਿਆਣੇ ਹੁਣ ਸਾਡੀ ਮਦਦ ਕਿੱਦਾਂ ਕਰਨਗੇ। they don't probably have the vocabulary to actually go out and say that we feel lonely, we are isolated. ਕਈ ਵਾਰੀ ਅਣਖ ਵੀ ਹੁੰਦੀ ਹੈਗੀ ਆ, which is not their mistake, because that's the most that they know. So ਤੁਸੀਂ ਸਿਆਣਿਆਂ ਬਾਰੇ ਕੀ ਐਡਵਾਈਸ ਦੇ ਸਕਦੇ ਆ, ਬਿਕਾਜ਼ ਸਿੱਖ ਚੈਨਲ ਜਿਹੜਾ ਆ, ਸਾਡੇ ਕਈ ਵਿਊਅਰ ਜਿਹੜੇ ਨੇ ਉਹ ਸਿਆਣੇ ਨੇ, ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਿੱਖ ਚੈਨਲ ਲਗਾ ਕੇ ਰੱਖਦੇ ਨੇ। ਤੇ ਤੁਸੀਂ ਜਿਹੜੇ ਬੀਬੀ ਜੀ ਬਾਬਾ ਜੀ ਹੁਣ ਸੁਣ ਰਹੇ ਨੇ ਆ ਸ਼ੋ, ਇਹਨਾਂ ਵਾਸਤੇ ਕੀ ਕਹਿਣਾ ਚਾਹੋਗੇ? ਹਾਂਜੀ, ਜਿਵੇਂ ਤੁਸੀਂ ਕਿਹਾ ਗਾ ਕਿ ਦੇਖੋ ਇਹ ਕੋਈ ਵੀ ਜਿਵੇਂ ਆਪਣਾ ਜਿਹੜਾ ਸਰੀਰਕ ਜ਼ਿੰਦਗੀ ਬਦਲੀ ਆ, ਫਿਜ਼ੀਕਲ ਬਾਡੀ ਦੇ ਹਿਸਾਬ ਨਾਲ ਸਾਡੇ ਨਾਲ ਅਸੀਂ ਜਿੱਥੇ ਜਾ ਸਕਦੇ ਉਹ ਬਦਲੀ, ਰੀਸਟਰਕਚਰ ਹੋਇਆ ਸਾਰਾ ਕੁਝ, ਇੱਕ ਨਵੀਂ ਐਡਪਟੇਸ਼ਨ ਅਸੀਂ ਕੀਤੀ ਆ। ਇਹ ਜ਼ਰੂਰੀ ਹੈ ਕਿ ਜਿੱਥੇ ਅਸੀਂ ਸਰੀਰਕ ਬਦਲਾਵ ਕੀਤਾ, ਉੱਥੇ ਸਾਡਾ ਮਨ ਦਾ ਬਦਲਾਵ ਵੀ ਆਵੇ, ਟੂ ਕੌਂਕਰ ਦਿਸ ਸਿਚੁਏਸ਼ਨ, ਟੂ ਹੈਲਪ ਦਿਸ ਸਿਚੁਏਸ਼ਨ, ਕਿ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਪ੍ਰਫੁੱਲਤ ਰਹਿ ਸਕੀਏ, ਆਪਦੇ ਆਪ 'ਚ ਸਵਸਥ ਰਹਿ ਸਕੀਏ। ਅਸੀਂ ਕਿਤੇ ਨਾ ਕਿਤੇ ਸਰੀਰਕ ਸਾਰੇ ਕੰਮ ਕਰ ਰਹੇ ਹਾਂ, ਅਡੈਪਟ ਕਰ ਰਹੇ ਹਾਂ ਸਰੀਰਕ ਲੈਵਲ ਤੇ। ਜੇ ਸਾਨੂੰ ਕਿਹਾ ਜਾਂਦਾ 6 ਮੀਟਰ ਦੀ ਦੂਰੀ ਤੇ ਰਹੋ, ਅਸੀਂ ਉੱਥੇ ਰਹਿੰਦੇ ਹਾਂ। ਜੇ ਸਾਨੂੰ ਕਿਹਾ ਜਾਂਦਾ ਕਿ ਸਟੋਰਸ 'ਚ ਨਾ ਜਾਓ, ਅਸੀਂ ਉੱਥੇ ਵੀ ਨਹੀਂ ਜਾਂਦੇ। ਫॉर ਵਟਐਵਰ ਲਾਈਕ ਅਦਰ ਜਿਹੜੀਆਂ ਐਕਟੀਵਿਟੀਜ਼ ਅਸੀਂ ਨਾਰਮਲ ਕਰਦੇ ਹੁੰਦੇ ਸੀਗੇ, ਉਹ ਸਾਡੀਆਂ ਸਟਾਪ ਕੀਤੀਆਂ ਗਈਆਂ ਫਿਜ਼ੀਕਲ। ਸੋ ਬਿਕਾਜ਼ ਅਸੀਂ ਇੱਕ ਫਿਜ਼ੀਕਲ ਐਕਟੀਵਿਟੀ ਆਪਦੇ ਆਪ ਨੂੰ ਰੀਸਟਰਕਚਰ ਕੀਤਾ, ਇਹ ਬੜਾ ਜ਼ਰੂਰੀ ਹੈ ਗੁਰਪ੍ਰੀਤ ਜੀ ਕਿ ਅਸੀਂ ਆਪਦੇ ਮਾਨਸਿਕ ਨੂੰ ਵੀ ਰੀਸਟਰਕਚਰ ਕਰੀਏ। ਇੱਕ ਸਾਡੀ ਮਾਨਸਿਕਤਾ ਵੀ ਇਹ ਜਿਹੜੀ ਸਿਚੁਏਸ਼ਨ ਆ ਸਾਡੀ ਸਾਰਿਆਂ ਦੀ ਆ, ਇੱਕ ਨਵੀਂ ਐਡਪਟੇਸ਼ਨ, ਇੱਕ ਨਵਾਂ ਲਾਈਫ ਸਟਾਈਲ ਮੰਗਦੀ ਆ। ਇੱਕ ਸਰੀਰਕ ਫਿਜ਼ੀਕਲ ਵੀ ਨਵਾਂ ਲਾਈਫ ਸਟਾਈਲ ਮੰਗਦੀ ਆ, ਐਂਡ ਇੱਕ ਮਾਨਸਿਕ ਵੀ ਨਵਾਂ ਸਟਾਈਲ ਮੰਗਦੀ ਆ। ਕੱਲਾ ਸਾਡਾ ਰਹਿਣਾ ਬਹਿਣਾ ਹੀ ਨਹੀਂ ਬਦਲਣਾ ਚਾਹੀਦਾ, ਸਾਡੀ ਸੋਚਣੀ ਵੀ ਬਦਲਣੀ ਚਾਹੀਦੀ ਇਸ ਬਦਲਦੀ ਸਿਚੁਏਸ਼ਨ ਦੇ ਨਾਲ, ਤਾਂ ਜੋ ਅਸੀਂ ਸਿਚੁਏਸ਼ਨ ਨੂੰ ਵੀ ਕੈਨ ਟੈਕਲ ਇਟ ਬੈਟਰ, ਐਂਡ ਅਸੀਂ ਇਸ ਚੋਂ ਚੰਗੀ ਤਰ੍ਹਾਂ ਉੱਭਰ ਸਕੀਏ। ਸੋ ਸਾਡੀਆਂ ਮਾਨਸਿਕ ਸੋਚਾਂ ਕਿਹੜੀਆਂ ਬਦਲਣ ਦੀ ਲੋੜ ਆ। ਜ਼ਰੂਰ ਜਦੋਂ ਅਸੀਂ ਪਹਿਲੀ ਲਾਈਫ ਸਟਾਈਲ ਦੇ ਵਿੱਚ ਰਹਿੰਦੇ ਸੀ, ਸਾਨੂੰ ਆਪਦੀ ਅਣਖ ਪਿਆਰੀ ਹੁੰਦੀ ਸੀ, ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹ ਸਾਰੀ ਚੀਜ਼ ਆਪਦੇ ਆਪ ਕਰਨੀ ਆ, ਐਂਡ ਅਸੀਂ ਮਦਦਗਾਰ ਨਹੀਂ ਬਣਨਾ ਗਾ, ਅਸੀਂ ਮਦਦ ਕਰਨੀ ਆ, ਸਮਾਂ ਅਸੀਂ ਕਰਵਾਉਣੀ ਨਹੀਂ ਕਿਸੇ ਤੋਂ। ਸੋ ਇੱਥੇ ਸਾਨੂੰ ਜਿਹੜਾ ਮਾਨਸਿਕ ਰੀਸਟਰਕਚਰ ਆ ਉਹ ਬਦਲਣ ਦੀ ਲੋੜ ਹੈ, ਕਿ ਜਿਹੜੀ ਉਹ ਮੇਰੀ ਮਾਨਸਿਕਤਾ ਸੀ ਉਹ ਪਹਿਲੇ ਵਾਲੇ ਹਾਲਾਤਾਂ ਦੇ, ਪਹਿਲੇ ਵਾਲੀਆਂ ਸਿਚੁਏਸ਼ਨ ਦੇ ਵਿੱਚ ਵਰਕ ਕਰਦੀ ਸੀ। ਹੁਣ ਜਿਹੜੀ ਮੈਂ ਮਾਨਸਿਕ ਤੇ ਆਪਦੀ ਸੋਚ ਬਦਲਣੀ ਆ, ਉਹ ਮੇਰੀ ਇਸ ਸਿਚੁਏਸ਼ਨ ਦੇ ਵਿੱਚ, ਜਿਹੜੀ ਮੇਰੀ ਕੋਵਿਡ ਵਾਲੀ ਸਿਚੁਏਸ਼ਨ ਦੇ ਵਿੱਚ ਕਿਵੇਂ ਮਦਦ ਕਰੂਗੀ। ਸੋ ਜੇ ਮੇਰੀ ਮਾਨਸਿਕਤਾ, ਮੈਨੂੰ ਸੋਚ ਬਦਲਣ ਦੀ ਲੋੜ ਆ ਆਪਦੇ ਸਿਚੁਏਸ਼ਨ ਨਾਲ ਬੈਟਰ ਡੀਲ ਕਰਨ ਵਾਸਤੇ। ਜਿਵੇਂ ਮੈਂ ਅੱਗੇ ਲੋਕਾਂ ਨੂੰ ਜੱਫੀ ਪਾ ਕੇ ਮਿਲਦਾ ਸੀ,
ਹੁਣ ਮੈਂ ਨਹੀਂ ਜੱਫੀ ਪਾ ਕੇ ਮਿਲਦਾ। ਉਵੇਂ ਪਹਿਲਾਂ ਜਦੋਂ ਮੈਂ ਮੈਰਲੀ ਸੋਚਣਾ ਰਹਿੰਦਾ ਸੀ ਕਿ ਮੈਨੂੰ ਮਦਦ ਦੀ ਲੋੜ ਆ, ਪਰ ਹੁਣ ਮੈਂ ਆਪਦੀ ਸੋਚ ਬਣਾਉਣੀ ਆ ਕਿ ਇਸ ਦੇ ਵਿੱਚੋਂ ਨਿਕਲਣ ਲਈ ਮੈਨੂੰ ਮਦਦ ਦੇਣੀ ਵੀ ਪੈਣੀ ਹੈ ਤੇ ਮੈਨੂੰ ਮਦਦ ਲੈਣੀ ਵੀ ਪੈਣੀ। ਬਿਲਕੁਲ ਬਿਲਕੁਲ ਪਰਵਿੰਦਰ, ਵੈਰੀ ਵੈਲ ਸੈਡ ਦੈਟ ਸਾਨੂੰ ਆਪਣਾ ਜਿਹੜਾ ਮਾਈਂਡ ਵੀ ਹੈਗਾ, ਮਾਈਂਡਸੈਟ ਆ, ਉਹਨੂੰ ਵੀ ਰੀਸਟਰਕਚਰ ਕਰਨ ਦੀ ਬਹੁਤ ਲੋੜ ਹੈਗੀ ਆ। ਐਂਡ ਆਈ ਥਿੰਕ ਕਿੰਨਾ ਕੰਮ ਹੈਗਾ ਹੁਣ ਕਰਨ ਵਾਲਾ, there's still so much to do to really encourage people ਕਿ ਤੁਸੀਂ ਆਪਣਾ ਮਾਈਂਡਸੈਟ ਵੀ ਜਿਹੜਾ ਆ ਉਹ ਚੇਂਜ ਕਰੋ ਅਕੋਰਡਿੰਗਲੀ। ਐਂਡ ਪਲਵਿੰਦਰ, ਕਈ ਵਾਰੀ ਇੱਦਾਂ ਹੁੰਦਾ ਹੈ, like people like me ਜਿਹੜੇ laymen ਹੈਗੇ ਨੇ, even though we can spot somebody who is suffering and we really would like to help, we sometimes pull ourselves back saying that ਸਾਡੇ ਕੋਲ ਕਿਹੜੀ ਐਕਸਪਰਟੀਜ਼ ਆ, ਐਂਡ ਵੀ ਡੋਂਟ ਵਾਂਟ ਟੂ ਐਂਡ ਅਪ ਗਾਈਡਿੰਗ ਸਮਬਡੀ ਇਨ ਦ ਰੋਂਗ ਵੇ। ਸੋ ਤੁਸੀਂ ਜਿੱਦਾਂ ਆਮ ਲੋਕਾਂ ਵਾਲੇ ਕੀ ਕਹਿਣਾ ਚਾਹੋਗੇ ਕਿ ਜੇ ਤੁਸੀਂ ਐਕਸਪਰਟ ਨਹੀਂ ਹੈਗੇ, ਕਾਉਂਸਲਰ ਨਹੀਂ ਹੈਗੇ, ਬਟ there are still certain things that you can still do for people who you think need some guidance, and then we can probably later on take them to counselors. So ਤੁਸੀਂ ਸਾਡੇ ਵਾਸਤੇ ਥੋੜੇ ਸਿੰਪਲ ਸਟੈਪਸ ਦੱਸੋ ਕਿ ਅਸੀਂ ਕੀ ਕਰ ਸਕਦੇ ਹਾਂ ਕਿਸੇ ਨੂੰ ਹੈਲਪ ਕਰਨ ਵਾਸਤੇ। ਜੀ ਹਾਂ, ਸੋ ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਜੀ, ਜਿਵੇਂ ਤੁਸੀਂ ਕਿਹਾ ਗਾ ਕਿ ਕਈ ਵਾਰ ਮੈਂ ਇਹ ਸੋਚਦੀ ਹੁੰਦੀ ਜਿਹੜਾ ਕਾਉਂਸਲਿੰਗ ਦਾ ਆਫ ਕੋਰਸ ਅਸੀਂ ਸਾਈਕੋਲੋਜੀਕਲ ਰੀਸਟਰਕਚਰ 'ਚ ਜਾਂਦੇ ਹਾਂ, ਉਹ ਇੱਕ ਕਾਉਂਸਲਰ ਆ, ਬਟ ਜੇ ਤੁਸੀਂ ਆਪਦੀ ਫੈਮਿਲੀ ਨੂੰ ਇੱਕ ਇਸ ਟਾਈਮ ਤੇ ਇੱਕ ਮਾਨਸਿਕ ਸਹਾਇਤਾ ਦੇਣੀ, ਤੁਸੀਂ ਘਰ ਬੈਠੇ ਦੇ ਸਕਦੇ ਹੋ, ਬਿਕਾਜ਼ ਅਸੀਂ ਵਿਜ਼ਿਟ ਨਹੀਂ ਕਰ ਰਹੇ, ਕਾਉਂਸਲਿੰਗ ਕਈ ਵਾਰ ਸਰਵਿਸਿਜ਼ ਨਹੀਂ ਮਿਲ ਰਹੀਆਂ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਹਮਦਰਦੀ ਪ੍ਰਗਟਾਈਏ। ਸੋ ਪਹਿਲਾਂ ਤਾਂ ਇਹ ਚੀਜ਼ ਨੂੰ ਮਹਿਸੂਸ ਕਰੀਏ ਕਿ ਸਾਨੂੰ ਕਿਸੇ ਦੀ ਮਦਦ ਕਰਨ ਲਈ ਕਿਸੇ ਐਕਸਪਰਟ ਜਾਂ ਸਾਰੇ ਆਨਸਰਸ ਦਾ ਹੋਣ ਦਾ ਜ਼ਰੂਰੀ ਨਹੀਂ। ਮੇਰੇ ਕੋਲ ਵੀ ਤੁਸੀਂ ਆਓਗੇ, ਸ਼ਾਇਦ ਕਈ ਚੀਜ਼ਾਂ ਦੇ ਆਨਸਰਸ ਮੇਰੇ ਕੋਲ ਵੀ ਨਹੀਂ ਹੋਣਗੇ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਾਰੇ ਆਨਸਰਸ ਲੈ ਕੇ ਜਾਈਏ। ਸੋ ਫॉर ਐਗਜ਼ਾਮਪਲ, ਜੇ ਸਾਨੂੰ ਕੋਈ ਕਹਿ ਰਿਹਾ ਕਿ ਮੈਨੂੰ ਐਂਗਜ਼ਾਇਟੀ ਮਹਿਸੂਸ ਹੋ ਰਹੀ ਹੈ, ਮੈਨੂੰ ਮਹਿਸੂਸ ਹੋ ਰਹੀ ਹੈ ਪਤਾ ਨਹੀਂ ਕੱਲ ਦਾ ਕੀ ਹੋਊਗਾ, ਪਤਾ ਨਹੀਂ ਕੱਲ ਨੂੰ ਕੀ ਬਣੂਗਾ, ਆਈ ਡੋਂਟ ਨੋ what will happen tomorrow, like will I lose somebody I love, or will I lose my job, will everything collapse, I don't know. So having like ਜਦੋਂ ਕੋਈ ਤੁਹਾਨੂੰ ਇਹ ਚੀਜ਼ ਕਹਿੰਦਾ ਵਾ, ਤੁਹਾਨੂੰ ਉਹਨਾਂ ਨੂੰ, ਬਿਕਾਜ਼ ਹੁੰਦਾ ਸਾਡੀ ਨੈਚੁਰਲ ਟੈਂਡੈਂਸੀ ਕੀ ਹੈ ਕਿ ਅਸੀਂ ਉਹਨਾਂ ਨੂੰ ਆਨਸਰ ਦੇਣਾ ਮੰਗਦੇ ਹਾਂ। ਅਸੀਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਦੱਸਣਾ ਮੰਗਦੇ ਕਿ ਕੱਲ ਨੂੰ ਕੀ ਹੋਊਗਾ, ਜਾਂ ਅਸੀਂ ਉਹਨਾਂ ਨੂੰ ਕਾਮ ਕਰ ਸਕੀਏ। ਦ ਥਿੰਗ ਇਜ਼, ਇਸ ਟਾਈਮ ਆਨਸਰ ਸਾਡੇ ਕਿਸੇ ਕੋਲ ਨਹੀਂ ਹੈਗੀ। ਹਮਦਰਦੀ ਦਾ ਮਤਲਬ ਹੈ, ਇੱਕ ਐਮਪਥੀ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਮਹਿਸੂਸ ਕਰਨੀਆਂ, ਐਂਡ ਤੁਸੀਂ ਆਪਣਾ ਵੀ ਦੱਸਣਾ। ਫॉर ਐਗਜ਼ਾਮਪਲ, ਤੁਸੀਂ ਕਿਸੇ ਨੂੰ ਇਹੀ ਕਹਿਣਾ ਕਿ ਮੈਂ ਮਹਿਸੂਸ ਕਰ ਸਕਦਾ ਵੀ ਕੱਲ ਲਈ ਤੁਸੀਂ ਕਿੰਨੇ ਕਨਫਿਊਜ਼ ਮਹਿਸੂਸ ਕਰ ਰਹੇ ਹੋ, ਮੈਂ ਮਹਿਸੂਸ ਕਰ ਸਕਦਾ ਕਿ ਤੁਸੀਂ ਕਿੰਨੇ ਲੌਸਟ ਕਰ ਰਹੇ ਹੋ, ਮੈਂ ਮਹਿਸੂਸ ਕਰ ਸਕਦਾ ਕਿ ਤੁਹਾਡੇ 'ਚ ਜਿਹੜਾ ਕਨਫਿਊਜ਼ਨ ਸਟੇਟ ਜਾ ਰਹੀ ਆ, ਈਵਨ ਦੋ ਮੇਰੇ 'ਚ ਆਨਸਰ ਨਹੀਂ ਹੈਗੇ, ਮੇਰੇ ਕੋਲ ਇਹ ਆਨਸਰ ਨਹੀਂ ਹੈਗੇ, ਪਰ ਮੈਂ ਤੁਹਾਡੀ ਸਥਿਤੀ ਸਮਝ ਸਕਦਾ, ਬਿਕਾਜ਼ ਕਿਤੇ ਨਾ ਕਿਤੇ ਮੈਂ ਵੀ ਉਹ ਜਿਹੀਆਂ ਚੀਜ਼ਾਂ ਐਂ ਹੀ ਮਹਿਸੂਸ ਕਰਦਾ। ਤੁਸੀਂ ਦੇਖੋ ਵੀ ਮਨ ਦੇ ਲੈਵਲ ਤੇ ਕਿੰਨੀ ਹੈਲਪਫੁਲ ਆ। ਤੁਸੀਂ ਉਹਨਾਂ ਦਾ ਹੱਲ ਕੁਝ ਨਹੀਂ ਕੱਢਿਆ, ਤੁਸੀਂ ਉਹਨਾਂ ਨੂੰ ਆਨਸਰ ਵੀ ਨਹੀਂ ਦਿੱਤੇ, ਪਰ ਹੁਣ ਇਕੱਲੇ ਨਹੀਂ ਹੈਗੇ। ਹੁਣ ਉਸ ਮਾਨਸਿਕ ਅਵਸਥਾ ਦੇ ਵਿੱਚ ਉਹ ਇਕੱਲੇ ਨਹੀਂ ਰਹਿ ਗਏ। ਸੋ ਇਦਾਂ ਦੀ, ਫॉर ਐਗਜ਼ਾਮਪਲ, ਇਟਸ ਜਸਟ ਲਾਈਕ ਐਗਜ਼ਾਮਪਲ ਜਿਵੇਂ ਲੈ ਲਓ ਤੁਸੀਂ, ਇੱਕ ਘਰ ਦੇ ਵਿੱਚ ਹਨੇਰਾ ਵਾ ਤੇ ਉੱਥੇ ਇੱਕ ਜਾਣਾ ਡਰ ਰਿਹਾ ਸੀਗਾ, ਤੇ ਸਡਨਲੀ ਕੋਈ ਹੋਰ ਜਾ ਕੇ ਉਹਦੇ ਕੋਲ ਬੈਠ ਗਿਆ, ਉਹ ਕਹਿੰਦਾ ਹੁਣ ਤੂੰ ਇਕੱਲਾ ਨਹੀਂ ਡਰਦਾ, ਹੁਣ ਮੈਂ ਵੀ ਤੇਰੇ ਨਾਲ ਹੀ ਡਰਦਾ ਵਾਂ, ਐਂਡ ਡਰਦਾ ਫਿਰਦਾ ਵਾ। ਐਂਡ ਦੈਨ ਦੂਸਰਾ ਕੋਈ ਜਾ ਕੇ ਉਹਨਾਂ ਕੋਲ ਕਹਿੰਦਾ ਗਾ ਕਿ ਮੈਨੂੰ ਵੀ ਹੁਣ ਓਨਾ ਹੀ ਡਰ ਲੱਗ ਰਿਹਾ ਜਿੰਨਾ ਤੈਨੂੰ ਲੱਗ ਰਿਹਾ। ਸਡਨਲੀ ਤੁਹਾਨੂੰ ਘੱਟ ਡਰ ਲੱਗਣ ਲੱਗ ਜਾਂਦਾ, because now there's somebody else who shares the same emotional state as you. So you are in fear and someone else is in fear. That makes you not lonely. That doesn't make you feel alone. So now you have somebody who's experiencing the same thing, and you feel connected and you feel connection. And naturally, ਜਿਹੜਾ ਤੁਹਾਡਾ ਮਾਈਂਡ ਸਟੇਟ ਹੁੰਦਾ, ਨੈਚੁਰਲੀ ਤੁਸੀਂ ਕਾਮ ਮਹਿਸੂਸ ਕਰਨ ਲੱਗ ਜਾਂਦੇ ਹੋ, ਰਾਈਟ? ਸੋ ਜਿਵੇਂ ਮੈਂ ਅਕਸਰ ਆਪਦੇ ਕਲਾਇੰਟਾਂ ਨੂੰ ਕਹਿੰਦੀ ਹੁੰਦੀ ਆ ਕਿ ਦੁੱਖ ਇਨਐਵਿਟੇਬਲ ਆ, ਦੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਵਾ, ਅਸੀਂ ਸਾਰੇ ਦੁੱਖ ਮਹਿਸੂਸ ਕਰਾਂਗੇ, ਪਰ ਦੁੱਖ ਵਿੱਚ ਇਕੱਲੇ ਰਹਿਣਾ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਬਿਲਕੁਲ ਪਰਵਿੰਦਰ, ਥੈਂਕ ਯੂ ਵੈਰੀ ਮਚ ਟੂ ਸ਼ੇਅਰ ਸੱਚ ਅ ਬਿਊਟੀਫੁਲ ਥਾਟਸ ਵਿਦ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਨਾਲ। ਐਂਡ ਜਿੱਦਾਂ ਮੈਂ ਤੁਹਾਨੂੰ ਸ਼ੋਅ ਤੋਂ ਪਹਿਲਾਂ ਪੁੱਛ ਰਹੀ ਸੀ ਪਰਵਿੰਦਰ, ਪੀਪਲ ਮਾਈਟ ਥਿੰਕ ਦੈਟ ਬਿਕਾਜ਼ ਯੂ ਨੋ ਸੋ ਵੈਲ ਰੈਡ, ਤੁਸੀਂ ਇੰਨੇ ਅਵੇਅਰ ਹੈਗੇ ਆ, ਐਂਡ ਯੂਰ counselor yourself, it must be easy for you. So ਜੇ ਆਪਾਂ ਇਹਨਾਂ questions ਤੋਂ ਥੋੜਾ ਅੱਡ ਹੋ ਕੇ, if I might ask about your personal experience throughout this isolation and throughout the quarantine, ਤੁਸੀਂ ਆਪਣਾ ਥੋੜਾ experience ਦੱਸੋ viewers ਨੂੰ, that how easier being a counselor has made for you to get through this period.
ਹਾਂਜੀ ਦੇਖੋ ਗੁਰਪ੍ਰੀਤ ਜੀ ਹਰ ਇੱਕ ਡਾਕਟਰ ਨੂੰ ਤੁਸੀਂ ਉਹ ਵੀ ਸਰੀਰਕ ਬਿਮਾਰੀਆਂ ਰਾਹੀਂ ਜਾਂਦਾ ਵਾ ਹਨਾ ਉਹਦੀਆਂ ਵੀ ਬਿਮਾਰੀਆਂ ਲੱਗਦੀਆਂ ਉਹਨਾਂ ਨੂੰ ਵੀ ਹਰਟ ਮਹਿਸੂਸ ਹੁੰਦਾ ਵਾ ਸੋ ਸਿਮਿਲਰਲੀ ਇੱਕ ਕਾਉਂਸਲਰ ਆ ਉਹਦੀਆਂ ਆਪਦੀਆਂ ਵੀ ਮਾਨਸਿਕ ਸੱਟਾਂ ਹੁੰਦੀਆਂ ਰਿਸ਼ਤਿਆਂ ਦੇ ਵਿੱਚ ਅਸੀਂ ਆਪ ਵੀ ਥਰੂ ਜਾਂਦੇ ਆ ਪਰ ਇੱਕ ਹੈਲਪ ਇਹ ਚੀਜ਼ ਦੀ ਜੇ ਇੱਕ ਕਾਉਂਸਲਿੰਗ ਤੋਂ ਤੁਹਾਨੂੰ ਇਹ ਚੀਜ਼ ਦਾ ਇੱਕ ਰੀਅਲਾਈਜੇਸ਼ਨ ਹੁੰਦੀ ਆ ਕਿ ਹਰ ਭਾਵਨਾ ਤੁਹਾਡੀ ਜਾਇਜ਼ ਆ ਜ਼ਿੰਦਗੀ ਦੀ ਐਂਡ ਹਰ ਭਾਵਨਾ ਮਹਿਸੂਸ ਕੀਤੀ ਵੀ ਜਾ ਸਕਦੀ ਡਰਿਆ ਵੀ ਜਾ ਸਕਦਾ ਡਰ ਵੀ ਸਕਦੇ ਹਾਂ ਅਸੀਂ ਅਨਕੰਫਰਟੇਬਲ ਵੀ ਮਹਿਸੂਸ ਕਰ ਸਕਦੇ ਹਾਂ ਅਸੀਂ ਗਿਲਟ ਵੀ ਮਹਿਸੂਸ ਕਰ ਸਕਦੇ ਹਾਂ ਅਸੀਂ ਸ਼ੇਮ ਵੀ ਮਹਿਸੂਸ ਕਰ ਸਕਦੇ ਹਾਂ ਹਰ ਚੀਜ਼ ਅਸੀਂ ਮਹਿਸੂਸ ਕਰ ਸਕਦੇ ਹਾਂ ਬਿਕਾਜ਼ ਸਾਡਾ ਸਰੀਰ ਬਣਿਆ ਹੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨ ਵਾਸਤੇ ਆ ਐਂਡ ਹਰ ਜਿਹੜੀ ਭਾਵਨਾ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਆ ਉਹ ਇੱਕ ਮੈਸੇਜ ਲੈ ਕੇ ਆਉਂਦੀ ਹੈ ਜਿਵੇਂ ਸਾਡਾ ਲੈਟਰ ਬਾਕਸ ਦੇ ਵਿੱਚ ਅਸੀਂ ਲੈਟਰ ਰੱਖਦੇ ਹਾਂ ਹਰ ਭਾਵਨਾ ਇੱਕ ਮੈਸੇਜ ਲੈ ਕੇ ਆਉਂਦੀ ਆ ਐਂਡ ਉਸ ਮੈਸੇਜ ਨੂੰ ਜੇ ਅਸੀਂ ਓਪਨ ਰਹੀਏ ਸੋ ਮੇਰੀ ਜ਼ਿੰਦਗੀ ਦੇ ਵਿੱਚ ਵੀ ਐਂਗਜ਼ਾਇਟੀ ਡਰ ਇਕੱਲਾਪਣ ਇਹ ਸਾਰੀਆਂ ਚੀਜ਼ਾਂ ਹੈ ਇਦਾਂ ਨਹੀਂ ਮੈਂ ਕਹਿੰਦੀ ਕਿ ਹੈ ਨਹੀਂ ਸਾਰੀਆਂ ਹੈ ਪਰ ਉਹਨਾਂ ਨੂੰ ਮਹਿਸੂਸ ਕਰਨ ਦੇ ਵਿੱਚ ਮੈਨੂੰ ਥੋੜੀ ਠੀਕ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਕਰ ਸਕਦੀ ਹਾਂ ਮਹਿਸੂਸ ਬਿਕਾਜ਼ ਅਸੀਂ ਰਿਸ਼ਤਿਆਂ ਦੇ ਹੁੰਦੇ ਹੋਏ ਵੀ ਇਕੱਲੇ ਮਹਿਸੂਸ ਕਰ ਸਕਦੇ ਹਾਂ ਸਾਡੇ ਆਲੇ ਦੁਆਲੇ ਬੜੇ ਪਿਆਰੇ ਰਿਸ਼ਤੇ ਹੁੰਦੇ ਆ ਬਹੁਤ ਪਾਰਟਨਰਸ਼ਿਪ ਸਾਡੀ ਵਧੀਆ ਹੁੰਦੀ ਆ ਸਾਡੇ ਆਲੇ ਦੁਆਲੇ ਬੱਚੇ ਸਾਡੇ ਮਾਂ-ਬਾਪ ਹੁੰਦੇ ਆ ਪਰ ਇਸ ਦੇ ਬਾਵਜੂਦ ਵੀ ਅਸੀਂ ਜ਼ਿੰਦਗੀ ਦੇ ਵਿੱਚ ਦੁਖੀ ਮਹਿਸੂਸ ਕਰ ਸਕਦੇ ਇਕੱਲਾਪਣ ਮਹਿਸੂਸ ਕਰ ਸਕਦੇ ਇਸ ਦੇ ਬਾਵਜੂਦ ਵੀ ਅਸੀਂ ਡਰ ਸਕਦੇ ਹਾਂ ਬਿਕਾਜ਼ ਜਿਹੜੇ ਭਾਵੁਕ ਐਕਸਪੀਰੀਅੰਸ ਉਹ ਸਾਡੇ ਅੰਦਰੋਂ ਉਜਾਗਰ ਹੁੰਦੇ ਨੇ ਸੋ ਜੇ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲੋ ਤਾਂ ਜੀ ਹਾਂ ਇਸ ਚੀਜ਼ ਨੇ ਮੇਰੀ ਬਹੁਤ ਮਦਦ ਕੀਤੀ ਹੈ ਕਿ ਮੈਂ ਮਹਿਸੂਸ ਕਰਨਾ ਤੋਂ ਮੈਂ ਡਰਦੀ ਨਹੀਂ ਤੇ ਮੈਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਨ ਲਈ ਮੈਂ ਥੋੜੀ ਆਪਦੇ ਆਪ ਨੂੰ ਫਰੀडम ਦਿੱਤੀ ਵੀ ਆ ਕਿ ਮੈਂ ਕੁਝ ਵੀ ਮਹਿਸੂਸ ਕਰ ਸਕਦੀ ਹਾਂ ਡਰ ਵੀ ਖੁਸ਼ੀ ਵੀ ਤਣਾਅ ਵੀ ਸਾਰੀ ਚੀਜ਼ ਮਹਿਸੂਸ ਹੋ ਸਕਦੀ ਹੈ ਹਾਂਜੀ How beautiful, Palvinder. And ਮੈਂ ਤੁਹਾਡਾ ਇੱਕ ਹੋਰ interview ਦੇਖ ਰਹੀ ਸੀ ਕਿਤੇ Palvinder where you were talking about how this pandemic and whatever followed through after that, how it has impacted the kids who are stuck inside the homes because ਉਹ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦੇ ਕਿ ਇਹ ਕੀ ਹੋ ਰਿਹਾ ਇਹ ਕਿਉਂ ਹੋ ਰਿਹਾ ਐਂਡ ਉਹਨਾਂ ਨੇ ਤਾਂ ਜਿੱਦਾਂ ਆਪਣਾ it's very important for kids to have a routine and some kind of normalcy from the way they are used to live. So ਤੁਸੀਂ ਸਾਨੂੰ ਵੀ ਥੋੜਾ ਇੱਥੇ ਦੱਸੋ ਕਿ if you have seen parents coming to you with problems relating to the children after pandemic ਜਾਂ ਫਿਰ ਤੁਸੀਂ ਜਿਹੜੇ viewers ਨੇ ਜਿਹੜੇ ਹੁਣ ਮਾਂ-ਬਾਪ ਇਹ ਸੁਣ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਉਹਨਾਂ ਨੂੰ ਜੇ ਐਂਜ਼ਾਈਟੀ ਹੋ ਰਹੀ ਹੈ ਉਹ ਦੱਸ ਨਹੀਂ ਸਕਦੇ ਬਿਕਾਜ਼ ਦੇ themselves can't feel it ਔਰ ਪਤਾ ਨਹੀਂ ਹੈਗਾ ਕਿ ਕੀ ਫੀਲ ਹੋ ਰਿਹਾ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਹੈਲਪ ਕਰ ਸਕਦੇ ਨੇ ਦੇਖੋ ਗੁਰਪ੍ਰੀਤ ਜੀ ਹਰ ਚੀਜ਼ ਦੀ ਲਾਈਫ ਦੀ ਜੇ ਅਸੀਂ ਸਿਚੁਏਸ਼ਨ ਦੇਖੀਏ ਨਾ ਉਹ ਇੱਕ ਓਪਰਚ्युनिटी ਵੀ ਬਣ ਸਕਦੀ ਤੇ ਉਹ ਸਾਡੇ ਲਈ ਇੱਕ ਡਿਜ਼ਾਸਟਰ ਵੀ ਬਣ ਸਕਦਾ ਡਿਪੈਂਡ ਅਸੀਂ ਲੈਣੇ ਕੀ ਆ ਫੋਰ ਐਗਜ਼ਾਮਪਲ ਇੱਕ ਨਾਈਫ ਆ ਤੁਸੀਂ ਆਪਣੇ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਵਰਤਣਾ ਸਿਖਾ ਸਕਦੇ ਹੋ ਉਹਦੇ ਵਿੱਚ ਉਹ ਸ਼ੈਫ ਵੀ ਬਣ ਸਕਦਾ ਵਾ ਵਧੀਆ ਵਧੀਆ ਚੀਜ਼ਾਂ ਵੀ ਫਰੂਟ ਕੱਟ ਸਕਦਾ ਵੈਜੀਟੇਬਲਸ ਜਾਂ ਉਹ ਬਹੁਤ ਗਲਤ ਤਰੀਕੇ ਨਾਲ ਡੇਂਜਰਸ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ ਸੋ ਇਸੇ ਹੀ ਤਰੀਕੇ ਨਾਲ ਐਂਡ ਇਹ ਇੱਕ ਐਕਚੁਅਲੀ ਬਹੁਤ ਵਧੀਆ ਓਪਰਚ्युनिटी ਆ ਜੇ ਅਸੀਂ ਆਪਣੇ ਬੱਚਿਆਂ ਨੂੰ ਇਮੋਸ਼ਨਲ ਲਿਟਰੇਸੀ ਸਿਖਾਉਣਾ ਚਾਹੁੰਦੇ ਆ ਜੇ ਅਸੀਂ ਬਿਕਾਜ਼ ਅਸੀਂ ਇੱਕ ਵਧੀਆ ਕੰਟਰੀਜ਼ ਦੇ ਵਿੱਚ ਰਹਿੰਦੇ ਹਾਂ ਸਾਨੂੰ ਇਹੋ ਜਿਹੀਆਂ ਪ੍ਰੋਬਲਮਾਂ ਬਹੁਤ ਘੱਟ ਆਉਂਦੀਆਂ ਵਾ ਸਾਨੂੰ ਬਾਹਰਲੀ ਕੋਈ ਇਹੋ ਜਿਹੀ ਮੁਸੀਬਤ ਆ ਗਈ ਅਸੀਂ ਮੋਸਟ ਆਫ ਦਾ ਟਾਈਮ ਸੇਫ ਤੇ ਸਿਕਿਉਰ ਮਹਿਸੂਸ ਕਰਦੇ ਜਿਹੜੀਆਂ ਸਰੀਰਕ ਲੈਵਲ ਤੇ ਮਾਨਸਿਕ ਲੈਵਲ ਤੇ ਅਜੇ ਬਹੁਤ ਸਾਡੇ ਜੇ ਅਸੀਂ ਉੱਥੇ ਪਿੱਛੇ ਹੈਗੇ ਆ ਕਿ ਜਿੱਥੇ we don't feel safe we feel insecure for a lot of different reasons but that's at the mental level but outside ਜਿਹੜੀ ਥ੍ਰੈਟ ਆ ਅਸੀਂ ਕਾਫੀ ਵਧੀਆ ਥਾਵਾਂ ਤੇ ਰਹਿੰਦੇ ਹਾਂ ਸੋ ਆਪਣੇ ਬੱਚੇ ਲਈ ਸ਼ੋਰ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਸੀ ਤੁਸੀਂ ਐਂਗਜ਼ਾਇਟੀ ਮਹਿਸੂਸ ਕਰਦੇ ਸੀ ਐਂਡ ਐਂਗਜ਼ਾਇਟੀ ਵੀ ਇੱਕ ਚੰਗੀ ਚੀਜ਼ ਆ ਬਿਕਾਜ਼ ਤੁਹਾਡੀ ਬਾਡੀ ਇੱਕ ਇੰਨੀ ਵਧੀਆ ਡਿਜ਼ਾਈਨ ਕੀਤੀ ਵੀ ਹੈ ਨਾ ਚੀਜ਼ ਕਿ ਜਦੋਂ ਵੀ ਇਹਨੂੰ ਥ੍ਰੈਟ ਆਉਂਦਾ ਵਾ ਇਹਨੇ ਰਿਸਪੌਂਡ ਕਰਨਾ ਵਾ ਇਹਨੇ ਤਿਆਰ ਹੋਣਾ ਕਿਸੇ ਚੀਜ਼ ਵਾਸਤੇ ਸੋ ਇਹ ਬੜੀ ਚੰਗੀ ਚੀਜ਼ ਹੈ ਕਿ ਸਾਨੂੰ ਐਂਗਜ਼ਾਇਟੀ ਆਉਂਦੀ ਹੈ ਸਾਡੇ ਬੱਚਿਆਂ ਨੂੰ ਐਂਗਜ਼ਾਇਟੀ ਹੁੰਦੀ ਆ ਆਮ ਜਦੋਂ ਪਹਿਲਾਂ ਪੇਰੈਂਟਸ ਆਉਂਦੇ ਸੀ ਤੇ ਉਹ ਮੈਨੂੰ ਕਹਿੰਦੇ ਸੀਗੇ ਕਿ ਬੱਚਾ ਐਂਗਜ਼ਾਇਟੀ ਤੇ ਮੈਂ ਕਿਹਾ ਇਟਸ ਜਸਟ ਲਾਈਕ ਵੈਰੀ ਸਿਮਿਲਰ ਟੂ ਸੇਇੰਗ ਯੂ ਹੈਵ ਅ ਟਾਈਗਰ ਬਿਹਾਈਂਡ ਯੂ ਐਂਡ ਯੂ ਆਰ ਨਾਟ ਸਕੇਅਰਡ like that's scary that you're not scared yeah right so yeah ਜਦੋਂ ਵੀ ਤੁਹਾਡੀ ਸੋ ਜਦੋਂ ਵੀ ਸਾਡੇ ਪਿੱਛੇ ਕੋਈ ਟਾਈਗਰ ਆਉਂਦਾ ਵਾ ਸਾਨੂੰ ਡਰ ਲੱਗਦਾ ਚੰਗਾ ਚੀਜ਼ ਆ ਬਿਕਾਜ਼ ਸਾਡੀ ਬਾਡੀ ਦਾ ਇਹ ਆਪਦੇ ਆਪ ਇੱਕ ਸਰਵਾਈਵਲ ਮੈਕੈਨਿਜ਼ਮ ਆ ਸਾਡੀ ਬਾਡੀ ਆਪਦੇ ਆਪ ਨੂੰ ਬਚਾਉਣਾ ਚਾਹੁੰਦੀ ਆ ਐਂਡ ਐਂਗਜ਼ਾਇਟੀ ਇੱਕ ਰਿਸਪੌਂਸ ਆ ਸਾਡੀ ਬਾਡੀ ਦਾ ਜਦੋਂ ਇੱਕ ਥ੍ਰੈਟ ਆਉਂਦੀ ਹੈ ਜਦੋਂ ਅਸੀਂ ਇੱਕ ਥ੍ਰੈਟ ਮਹਿਸੂਸ ਕਰਦੇ ਹਾਂ ਸੋ ਐਂਗਜ਼ਾਇਟੀ ਇੱਕ ਚੰਗਾ ਮੈਸੇਜ ਆ ਪਰ ਅਸੀਂ ਐਂਗਜ਼ਾਇਟੀ ਨੂੰ ਚਾਹੁੰਦੇ ਕੀ ਨਹੀਂ ਕਿ ਇਹ ਸਾਡੇ ਕੋਪਿੰਗ ਮੈਕੈਨਿਜ਼ਮ ਓਵਰਵੈਲਮ ਕਰੇ ਸੋ ਫॉर ਐਗਜ਼ਾਮਪਲ ਜੇ ਸਾਨੂੰ ਐਂਗਜ਼ਾਇਟੀ ਹੋਊਗੀ
ਤਾਂ ਹੀ ਤਾਂ ਅਸੀਂ ਮਾਸਕ ਲਾਵਾਂਗੇ। ਜੇ ਸਾਨੂੰ ਐਂਗਜ਼ਾਇਟੀ ਹੋਗੀ ਤਾਂ ਹੀ ਤਾਂ ਅਸੀਂ ਹੱਥ ਧੋਵਾਂਗੇ। ਜੇ ਸਾਨੂੰ ਐਂਗਜ਼ਾਇਟੀ ਹੋਗੀ ਤਾਂ ਹੀ ਤਾਂ ਅਸੀਂ ਬਾਹਰ ਕਿਤੇ ਲਾਰਜ ਕਰਾਊਡਡ ਏਰੀਆਜ਼ ਤੋਂ ਡਰਾਂਗੇ। ਜੇ ਸਾਨੂੰ ਐਂਗਜ਼ਾਇਟੀ ਹੋਗੀ ਬਾਹਰ ਅਸੀਂ ਜਿਹੜੇ ਅਨਨੈਸੈਸਰੀਆਂ ਚੀਜ਼ਾਂ ਵਾ ਜਾਂ ਕੰਮ ਜਦੋਂ ਘੁੰਮਦੇ ਫਿਰਦੇ ਸੀ ਉਹ ਘੱਟ ਕਰਾਂਗੇ। ਸੋ ਐਂਗਜ਼ਾਇਟੀ ਇੱਕ ਚੰਗਾ ਮੈਸੇਜ ਆ। ਇਹਨੂੰ ਮਹਿਸੂਸ ਆਪਣੇ ਬੱਚਿਆਂ ਨੂੰ ਇਹ ਦੱਸਣਾ ਕਿ ਇੱਕ ਸਰਵਾਈਵਲ ਮੈਕੈਨਿਜ਼ਮ ਆ ਐਂਡ ਇਹ ਆਊਗਾ ਜਦੋਂ ਤੁਸੀਂ ਆਪਦੇ ਆਪ 'ਚ ਡੇਂਜਰ ਮਹਿਸੂਸ ਕਰੋਗੇ, ਬਾਹਰੋਂ ਥ੍ਰੈਟ ਮਹਿਸੂਸ ਕਰੋਗੇ, ਅੰਦਰੋਂ ਵੀ ਥ੍ਰੈਟ ਮਹਿਸੂਸ ਕਰੋਗੇ ਰਿਸ਼ਤਿਆਂ ਦੇ ਵਿੱਚ। ਐਂਗਜ਼ਾਇਟੀ ਇੱਕ ਮੈਕੈਨਿਜ਼ਮ ਆ, ਉਹ ਤੁਹਾਡੀ ਬਾਡੀ ਤੁਹਾਨੂੰ ਜਗਾਉਂਦੀ ਆ ਕਿ ਲੜਨਾ ਪੈਣਾ ਹੁਣ ਤੈਨੂੰ। ਹੁਣ there's something that needs to change, something you need to either run, you need to do something about it. So anxiety is good as long as ਅਸੀਂ react ਕਿਵੇਂ ਕਰਦੇ anxiety ਨੂੰ। So when your child is feeling anxious, just be thankful that their body is responding, their emotional system is working, like their emotional Yeah, intelligence is working. So ਉਹਨਾਂ ਦੀ body ਠੀਕ ਮਹਿਸੂਸ ਕਰ ਰਹੀ। ਜਿਵੇਂ ਮੈਂ ਕਿਹਾ ਕਿ ਜੇ ਗੁਰਪ੍ਰੀਤ ਸਾਡੇ 'ਚ ਡਰ ਨਾ ਹੋਵੇ ਤੇ ਅਸੀਂ ਜ਼ਿਆਦਾ ਚਿਰ ਜਿਉਂਦੇ ਨਹੀਂ ਰਹਿ ਸਕਦੇ। you know if exactly. you didn't Yeah, have yeah. that fear, right? So it's like, you go somewhere and you know which street to cross and which not to cross. Suddenly you just have this intuition and you feel scared and you step away. And it's a good thing you did that because there was some fear in you, survival mechanism that saved you. And ਕਿੰਨੀਆਂ ਚੀਜ਼ਾਂ ਤੋਂ ਸਾਡਾ ਜਿਹੜਾ survival mechanism ਸਾਨੂੰ save ਕਰਾਉਂਦਾ ਵਾ ਡਰਾ ਕੇ, right? ਡਰ ਕੇ। ਸੋ Yeah. ਇਸ anxiety ਨੂੰ ਅਸੀਂ react ਨਾ ਕਰਨਾਗਾ। ਇਵੇਂ ਸਮਝੋ ਜਿਵੇਂ ਇੱਕ ਟਾਈਗਰ ਆ ਗਿਆ, ਮੇਰਾ ਬੱਚਾ ਡਰ ਰਿਹਾ ਵਾ ਐਂਡ ਇਟਸ ਅ ਗੁੱਡ ਥਿੰਗ ਹੀ ਇਜ਼ ਗੈਟਿੰਗ ਸਕੇਅਰਡ। ਪਰ ਉਸ ਚੀਜ਼ ਤੋਂ ਅਸੀਂ ਮੈਨੇਜ ਕਿਵੇਂ ਕਰਨਾ, ਉਸ ਚੀਜ਼ ਨੂੰ ਅਸੀਂ ਕੋਪਿੰਗ ਮੈਕੈਨਿਜ਼ਮ ਕਿਵੇਂ ਬਣਾਉਣੇ ਆ ਤਾਂ ਜੋ ਐਂਗਜ਼ਾਇਟੀ ਥੋੜੀ ਲੈਸ ਹੋ ਸਕੇ, ਆਪਦਾ ਸਟਰਕਚਰ ਕਿਵੇਂ ਬਦਲਣਾ। ਸੋ ਜੀ ਹਾਂ, ਇਸ ਤੋਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਗੁਰਪ੍ਰੀਤ ਐਜ਼ ਅ ਪੇਰੈਂਟ, ਸਾਡੇ ਵਿੱਚ ਇਮੋਸ਼ਨਲ ਕਪੈਸਿਟੀ ਜਾਂ ਸਾਡੇ ਵਿੱਚ ਜਿਹੜੀ ਇਮੋਸ਼ਨਲ ਲਿਟਰੇਸੀ ਕਿੰਨੀ ਹੈ ਕਿ ਅਸੀਂ ਆਪਦੇ ਭਾਵੁਕ ਐਕਸਪੀਰੀਅੰਸ ਤੋਂ ਡਰੀਏ ਨਾ ਪਰ ਮਹਿਸੂਸ ਕਰੀਏ। ਬਿਕਾਜ਼ ਮੋਸਟ ਆਫ ਦਾ ਟਾਈਮ ਜਦੋਂ ਸਾਡੇ ਬੱਚੇ ਐਂਗਸ਼ੀਅਸ ਹੁੰਦੇ, ਜਦੋਂ ਸਾਡਾ ਪਾਰਟਨਰ ਐਂਗਸ਼ੀਅਸ ਹੁੰਦਾ, ਜਦੋਂ ਸਾਡਾ ਮਾਂ-ਬਾਪ ਵੀ ਐਂਗਸ਼ੀਅਸ ਹੁੰਦਾ, ਵੀ ਗੈਟ ਸਕੇਅਰਡ ਲਾਈਕ ਓ ਮਾਈ Yeah. ਗॉड ਕੀ ਕਰੀਏ ਹੁਣ ਇਹਨਾਂ ਨੂੰ ਠੀਕ ਕਰਨ ਵਾਸਤੇ, ਕੀ ਕਰੀਏ ਠੀਕ ਕਰਨ ਵਾਸਤੇ। ਬਟ ਇਹ ਇੱਕ ਬਹੁਤ ਅੰਡਰ ਐਸਟੀਮੇਟ ਕਰਦੇ ਆ ਆਪਾਂ ਕਿ ਨਾਟ ਡੂਇੰਗ ਐਨੀਥਿੰਗ is actually doing so Hmm. much. Sitting with your child's anxiety, ਆਪਦੇ ਆਪ ਦੀ anxiety ਦੇ ਵਿੱਚ ਬਹਿਣਾ। ਬਿਕਾਜ਼ ਨਾਰਮਲੀ ਜਦੋਂ ਮੇਰੇ ਕੋਲ ਕਲਾਇੰਟ ਆਉਂਦੇ ਤੇ ਉਹ ਕਹਿੰਦੇ ਅਸੀਂ ਕੀ ਕਰੀਏ ਤੇ ਮੈਂ ਉਹਨਾਂ ਨੂੰ ਕਹਿੰਦੀ ਤੁਸੀਂ ਸ਼ਾਂਤੀ ਨਾਲ ਬਹਿਣਾ। ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਬਿਕਾਜ਼ ਇਟਸ ਹਾਰਡ, ਬਿਕਾਜ਼ ਸਾਡਾ ਹੋਲ ਕਲਚਰ ਕੰਡੀਸ਼ਨਡ ਆ ਸੀ we just have to do something physically for our children, we just have to do something on the outer side for our children, for ourselves. So we just keep looking for something outside, and when your child is feeling anxious, ਇਹ require ਕੀ ਕਰਦਾ ਕਿ ਤੁਸੀਂ ਕਿੰਨੇ calm ਤੇ ਸ਼ਾਂਤ, what are you feeling inside, because can you help somebody, because ਗੁਰਪ੍ਰੀਤ ਜਿਹੜੀ ਇੱਕ ਮਾਨਸਿਕ ਪ੍ਰੋਬਲਮ ਆ ਨਾ ਉਹਨੂੰ ਅਸੀਂ ਸਰੀਰਕ ਪ੍ਰੋਬਲਮ, ਉਹਨੂੰ ਅਸੀਂ ਸਰੀਰਕ ਵਾਲੀਆਂ ਚੀਜ਼ਾਂ ਨਾਲ ਹੱਲ ਨਹੀਂ ਕਰ ਸਕਦੇ। Hmm. Yeah. Right? It's like you have Right. a broken leg and they give you ice cream. It's not going to work. Yeah. You Absolutely. know, Absolutely makes sense. it's temporary solution. You might feel good about it for 2 minutes, like 3 minutes. You're like, Yeah. wow, I got ice cream. That's good. But then you're back to your pain. Yeah, right? After Yeah. 5 minutes, you're back to Absolutely. your pain. You're back to your cycle. So similarly, when our children is anxious and we put food in their mouth, we put anxiety in their mouth, we turn on the TV, we turn on the video game for them, we give them, okay, let's take you to the store, let's buy something. Well, you can buy online these days, you might not go to the store, but Yeah. you try to Yeah. shove that ਆਪਣੇ ਬੱਚਿਆਂ ਨੂੰ ਕੋਈ physical ਚੀਜ਼ ਦੇ ਨਾਲ, like let's get your toy, let's put your, no, the point is that you have to move those distractions so your child can feel their feeling, and they can feel those feeling in the presence of someone who's calm, Hmm. right? And who is there to help, because when our children get anxious, we feel anxious, and suddenly the child's like, now there's like, you can't handle me because you're equally on the floor with me. So then they're scared to tell you, ਕਿ ਉਹਨਾਂ ਦੀਆਂ feelings ਬਾਰੇ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਬੱਚੇ ਇਹਨਾਂ ਭਾਵਨਾਵਾਂ ਨੂੰ ਮਹਿਸੂਸ ਕਰਨ, ਉਹਨਾਂ ਨੂੰ ਦਬਾਉਣ ਦੀ ਬਜਾਏ, ਇਹਨਾਂ ਦੇ Hmm. more intuition ਹੋਣ ਤਾਂ ਜੋ ਦਬਾ ਨਾ ਸਕਣ। So next time when they feel anxious, they know to check in with their body. Is it, maybe it's really unsafe and maybe I need to do something about it, and maybe I don't need to stay in this relationship. So it can become an opportunity for them to check in with their self. Yeah.
Absolutely, Parvinder. I remember ਕਿੰਨੀ ਵਾਰੀ ਅਸੀਂ ਸੋਚਦੇ ਹਾਂ that ਇਹ ਦੱਸਣਾ ਨਹੀਂ ਹੈਗਾ ਮੰਮੀ ਨੂੰ because ਉਹ ਬੜੇ ਪਰੇਸ਼ਾਨ ਹੋ ਜਾਣਗੇ. So a lot of time we avoid telling it or sharing our problems with our loved ones because we don't want to worry them. ਕਿੰਨੇ ਜਣੇ ਹੋਣੇ ਪਰਵਿੰਦਰ ਜਿਹੜਾ ਤੁਹਾਡੇ ਨਾਲ ਹੁਣ relate ਕਰ ਸਕਦੇ ਨੇ ਜਿੱਦਾਂ ਮੈਂ ਹੁਣ ਕਿਹਾ by the way, it's a beautiful way ਜਿੱਦਾਂ ਤੁਸੀਂ perceive ਕੀਤਾ anxiety. If everybody starts thinking of anxiety as something healthy for their body, then ਕਿੰਨੇ ਲੋਕ ਨੇ ਜਿਹੜਾ ਬਸ mere thought ਕਿ ਮੈਨੂੰ anxiety ਹੈਗੀ ਹੈ, ਮੈਨੂੰ problem ਆ, ਉਹਦੇ ਨਾਲ ਉਹਨਾਂ ਨੂੰ ਹੋਰ anxiety ਵੱਧ ਜਾਂਦੀ ਹੈਗੀ ਆ. So I ਜੀ think you ਹਾਂ, have it's put like it so beautifully, ਪਰਵਿੰਦਰ. ਕਿੰਨੇ ਲੋਕ ਨੇ ਜਿਹੜੇ ਹਲੇ ਤੁਹਾਡੇ ਨਾਲ relate ਕਰ ਸਕਦੇ ਹੋਣੇ? ਪਲੀਜ਼ ਤੁਸੀਂ ਦੱਸੋ ਕਿ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੈਗਾ ਆ ਜਾਂ ਤੁਹਾਡੇ ਤੋਂ ਕੁਝ ਹੈਲਪ ਚਾਹੀਦੀ ਆ ਫॉर ਸ਼ਾਰਟ ਟਰਮ ਔਰ ਫॉर ਲੌਂਗ ਟਰਮ ਜਾਂ ਕੋਈ ਥੈਰੇਪੀ ਸੈਸ਼ਨਸ ਆਨਲਾਈਨ ਕਰਨੇ ਹੈਗੇ ਆ, ਕੀ ਸਰਵਿਸਿਜ਼ ਨੇ ਜਿਹੜੇ ਤੁਸੀਂ ਅਵੇਲੇਬਲ ਹੈਗੇ ਨੇ ਤੁਹਾਡੇ ਕੋਲ ਹਲੇ? ਹਾਂਜੀ ਗੁਰਪ੍ਰੀਤ ਜੀ, ਤੁਸੀਂ ਕੋਈ ਵੀ ਜਿਹੜਾ ਵਿਊਅਰ ਉਹ ਸਾਡੇ ਪਲਵਿੰਦਰ ਗਿੱਲ ਪੇਜ ਤੇ ਜਾ ਸਕਦਾ. ਸਾਡਾ ਫੇਸਬੁੱਕ ਪੇਜ ਆ ਜਿਹਦਾ ਨਾਮ ਹੈਗਾ ਪਲਵਿੰਦਰ ਗਿੱਲ ਪੇਜ. ਸਾਡੀ ਵੈਬਸਾਈਟ ਵੀ ਆ www.palvindergill.com ਤੇ ਜਾ ਸਕਦੇ ਹੋ. ਸਾਡਾ YouTube ਚੈਨਲ ਵੀ ਆ ਪਲਵਿੰਦਰ ਗਿੱਲ, ਜਿੱਥੇ ਅਸੀਂ ਨਾਰਮਲੀ ਐਵਰੀ ਵੀਕ ਅਸੀਂ ਫ੍ਰੀ ਮੈਂਟਲ ਹੈਲਥ ਵੀਡੀਓਜ਼ ਪਾਈਦੀਆਂ ਬਿਕਾਜ਼ ਮੈਨੂੰ ਪਤਾ ਕਿ ਜਿਹੜਾ ਆਪਣਾ ਕਮਿਊਨਿਟੀ ਆ ਆਪਣਾ ਕਲਚਰ ਆ ਇਹ ਬੜਾ ਕਲੋਜ਼ਡ ਆ. ਅਸੀਂ ਮਾਨਸਿਕ ਜਿਹੜੀਆਂ ਚੀਜ਼ਾਂ ਨੂੰ ਨਾ ਬਹੁਤ ਇਗਨੋਰ ਕਰਦੇ ਹਾਂ ਗੁਰਪ੍ਰੀਤ ਬਿਕਾਜ਼ ਜਿਵੇਂ ਆਪਾਂ ਸਰੀਰਕ ਲੈਵਲ ਤੇ ਮੈਂ ਹਮੇਸ਼ਾ ਕਲਾਇੰਟ ਨੂੰ ਕਹਿੰਦੀ ਹੁੰਦੀ ਕਿ ਤੁਹਾਡਾ ਢਿੱਡ ਵੀ ਦੁਖਦਾ, ਤੁਹਾਡਾ ਸਿਰ ਵੀ ਦੁਖਦਾ, ਤੁਸੀਂ ਹਮੇਸ਼ਾ ਡਾਕਟਰ ਦੇ ਚਲੇ ਜਾਂਦੇ ਹੋ, ਤੁਸੀਂ ਵੇਟ ਨਹੀਂ ਕਰਦੇਗੇ because we are conditioned, we are conditioned to ask for help when we have physically when we're in trouble. But we are not conditioned, we don't have that pattern in our brain ਕਿ ਜਦੋਂ ਅਸੀਂ ਮਾਨਸਿਕ ਤੌਰ ਤੇ ਵੀ ਤਣਾਅ ਦੇ ਵਿੱਚ ਹੋਈਏ that we can go and ask for help. And it's a big brave step for to come out of your culture ਕਿ ਜਿਹੜੀ ਚੀਜ਼ ਤੇ ਤੁਹਾਨੂੰ ਮਦਦ ਲੈਣੀ ਸਿਖਾਇਆ ਨਹੀਂ ਗਿਆ ਉਸ ਚੀਜ਼ ਤੇ ਵੀ ਤੁਸੀਂ ਮਦਦ ਮੰਗਣੀ. ਸੋ ਇਟਸ ਅ ਬਿਗ ਵਨ ਬਟ ਤੁਸੀਂ ਉਸ ਪੇਜ ਦੇ ਥਰੂ ਪਲਵਿੰਦਰ ਗਿੱਲ ਪੇਜ ਦੇ ਥਰੂ ਫੇਸਬੁੱਕ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਐਂਡ ਉੱਥੇ ਤੁਸੀਂ ਸਾਨੂੰ ਕੁਐਸਚਨ ਵੀ ਪਾ ਸਕਦੇ ਹੋ. ਅਸੀਂ ਕੁਐਸਚਨ ਵੀ ਫ੍ਰੀਲੀ ਡਿਸਕਸ ਕਰੀਦੇ ਆ ਆਪਦੀਆਂ ਲਾਈਵ ਵੀਡੀਓਜ਼ ਦੇ ਵਿੱਚ ਤੇ ਕੋਈ ਹੋਰ ਵੀ ਕੁਐਸਚਨ ਹੋਵੇ ਤੁਸੀਂ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ. ਹਾਂਜੀ, ਥੈਂਕ ਯੂ. ਜਿੱਦਾਂ ਸਾਰੇ ਦਰਸ਼ਕਾਂ ਨੇ ਸੁਣ ਲਿਆ ਹੋਣਾ ਆ ਕਿ palvindergill.com ਕਰਕੇ ਵੈਬਸਾਈਟ ਵੀ ਹੈਗੀ ਆ, ਫੇਸਬੁੱਕ ਪੇਜ ਵੀ ਹੈਗਾ ਆ. ਅਸੀਂ ਵੀ ਸੀ ਚੈਨਲ ਤੇ ਥੱਲੇ ਜਿਹੜਾ ਆ ਪਲਵਿੰਦਰ ਨੂੰ ਜ਼ਰੂਰ ਟੈਗ ਕਰਾਂਗੇ ਆਪਣੀ ਵੀਡੀਓ ਤੇ. ਪਲਵਿੰਦਰ ਜਿੱਦਾਂ ਮੈਂ ਗੱਲ ਕੀਤੀ ਕਿ ਕਿੰਨੇ ਲੋਕ ਨੇ ਜਿਹੜੇ ਹੈਲਪ ਚਾਹੁੰਦੇ ਹੁੰਦੇ ਨੇ ਐਂਡ ਨਾਓ ਟੁਡੇ ਆਈ ਵਾਸ ਲੁਕਿੰਗ ਐਟ ਦ ਡੇਟਾ ਫਰੋਮ domestic violence helpline in UK and within 3 months 45,000 phone calls ਇਸ ਹੈਲਪਲਾਈਨ ਨੂੰ ਗਏ ਹੈਗੇ ਨੇ. 40,000 ਫੋਨ ਕਾਲਸ ਸ਼ਾਇਦ ਇੱਕ ਪਰਸਨ ਦੀ ਅੱਧੀ ਲਾਈਫ ਟਾਈਮ 'ਚ ਅਸੀਂ ਕਰਦੇ ਹੋਣੇ ਆ ਐਂਡ ਇੱਕ ਹੈਲਪਲਾਈਨ ਨੂੰ ਇੰਨੇ ਸਾਰੇ ਫੋਨ ਕਾਲਸ ਆਉਣਾ ਇਹ ਕਾਫੀ ਜਿੱਦਾਂ ਆਈ ਥਿੰਕ ਇਟਸ ਕੁਆਇਟ ਵਰੀਸਮ. ਸਾਡਾ ਕਲਚਰ ਕਿੱਥੇ ਜਾ ਰਿਹਾ ਹੈ? ਜਸਟ ਦ ਡੇਟਾ ਸ਼ੋਜ਼ ਐਂਡ ਟੈਲ ਸੋ ਮਚ ਅਬਾਊਟ ਦ ਸੋਸਾਇਟੀ ਦੈਟ ਵੀ ਆਰ ਲਿਵਿੰਗ ਇਨ. ਸੋ ਜਿਹੜੀ ਲੇਡੀਜ਼ ਨੇ ਜਿਹੜੀ ਇੱਕ ਤਰ੍ਹਾਂ ਤੋਂ ਆਪਣੇ ਆਪ ਨੂੰ ਸਟਕ ਸਮਝ ਰਹੀਆਂ ਨੇ ਐਂਡ ਮੈਨੂੰ ਬਹੁਤ ਬੁਰਾ ਲੱਗਦਾ ਹੈਗਾ. ਸੋ ਤੁਸੀਂ ਦੱਸੋ ਕਿ ਉਹ ਕਿੱਦਾਂ ਹੈਲਪ ਸੀਕ ਕਰ ਸਕਦੇ ਨੇ, ਉਹ ਘਰ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਪੀਸਫੁਲ ਫੀਲ ਕਰਾ ਸਕਦੇ ਨੇ ਐਂਡ ਜਿੱਦਾਂ ਸਾਡੇ ਵਰਗੇ ਲੋਕ ਨੇ ਹੂ ਫੀਲ ਬੈਡ ਐਂਡ ਵੀ ਵਾਂਟ ਟੂ ਡੂ ਸਮਥਿੰਗ, ਅਸੀਂ ਕੀ ਕਰ ਸਕਦੇ ਹਾਂ? ਜੀ ਹਾਂ, ਜਿਵੇਂ ਆਈ ਥਿੰਕ ਜਿਹੜਾ ਡੋਮੈਸਟਿਕ ਵਾਇਲੈਂਸ ਆ ਕਾਫੀ ਸਾਨੂੰ ਵੀ ਰੈਫਰਲਸ ਬਹੁਤ ਜ਼ਿਆਦਾ ਵੇਟਿੰਗ ਲਿਸਟ ਤੇ ਲੋਕੀ ਚੱਲ ਰਹੇ ਨੇ ਬਿਕਾਜ਼ ਐਂਡ ਸਮਟਾਈਮ ਇਫ ਯੂ ਥਿੰਕ ਅਬਾਊਟ ਇਟ ਇਟਸ ਅ ਵੈਰੀ ਸੈਡ ਥਿੰਗ ਟੂ ਬਿਕਾਜ਼ ਜਿਸ ਰਿਸ਼ਤਿਆਂ ਨੇ ਸਾਡੇ ਲਈ ਇੱਕ ਮਦਦ ਬਣਨੀ ਸੀ ਇਸ ਦੁਖੀ ਵਕਤ ਦੇ ਵਿੱਚ ਉਹ ਰਿਸ਼ਤੇ ਸਾਡੇ ਲਈ ਕੜਵਾਹਟ ਬਣੀ ਜਾਂਦੇ ਨੇ. ਸੋ ਜੀ ਹਾਂ, ਇਹ ਚੱਲ ਰਿਹਾ ਵਾ. ਸੋ ਇਸ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਪਊਗਾ ਕਿ ਸਾਡੇ ਰਿਸ਼ਤੇ ਸਿਰਫ ਇਸ ਪੈਂਡੈਮਿਕ ਸਾਡੇ ਰਿਸ਼ਤੇ ਸਿਰਫ ਇਸ ਕੋਵਿਡ ਨੇ ਖਰਾਬ ਨਹੀਂ ਕੀਤੇ, ਸਿਰਫ ਸਾਡੇ ਰਿਸ਼ਤੇ ਐਕਸਪੋਜ਼ ਹੋਏ ਆ. ਐਕਸਪੋਜ਼ਰ ਮਿਲਿਆ ਉਹਨਾਂ ਨੂੰ ਬਿਕਾਜ਼ ਪਹਿਲਾਂ ਤੁਸੀਂ ਨਾਰਮਲ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਰਹਿੰਦੇ ਸੀ ਤੇ ਤੁਸੀਂ ਦਿਨ ਦੇ ਵਿੱਚ 1 ਜਾਂ 2 ਘੰਟੇ ਆਪਣੇ ਪਾਰਟਨਰ ਨਾਲ ਵਰਤਾਉਂਦੇ ਹੁੰਦੇ ਸੀ. ਸੋ 1 ਜਾਂ 2 ਘੰਟੇ 'ਚ ਇੱਕ ਅੱਧੀ ਲੜਾਈ ਤੁਹਾਡੀ ਹੋ ਜਾਂਦੀ ਸੀ. ਹੁਣ ਜਦੋਂ ਤੁਸੀਂ ਪਾਰਟਨਰ ਦੇ ਨਾਲ ਆਪਦੇ ਨਾਲ 8 ਜਾਂ 9 ਘੰਟੇ ਜਾਂ 24 ਘੰਟੇ 12 ਘੰਟੇ ਲੈਸੇ ਜੇ ਤੁਸੀਂ 12 ਘੰਟੇ ਸੌਂਦੇ ਵੀ ਹੋ 12 ਘੰਟੇ ਸਪੈਂਡ ਕਰਦੇ ਤੇ ਉਸ 12 ਘੰਟਿਆਂ ਦੇ ਵਿੱਚ 12 ਵਾਰੀ ਲੜਾਈ ਹੋਊਗੀ. ਜੇ ਘੰਟੇ ਦੇ ਵਿੱਚ 1 ਵਾਰੀ ਲੜਾਈ ਹੁੰਦੀ ਤੇ 12 ਘੰਟਿਆਂ ਦੇ ਵਿੱਚ 12 ਵਾਰੀ ਲੜਾਈ ਹੋਊਗੀ. ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਕੋਵਿਡ ਸਿਚੁਏਸ਼ਨ ਨੂੰ
ਇਹ ਨਾ ਸਮਝੀਏ ਕਿ ਇਹਨਾਂ ਨੇ ਸਾਡੇ ਰਿਸ਼ਤੇ ਖਰਾਬ ਕੀਤੇ। ਸਾਡੇ ਅੰਦਰ ਦੀ ਦਿਸ਼ਾ ਸਾਡੇ ਰਿਸ਼ਤਿਆਂ ਦੀ ਕੀ ਸੀ ਪਹਿਲਾਂ। ਸੋ ਜ਼ਰੂਰ ਫॉर ਐਗਜ਼ਾਮਪਲ ਜਿਵੇਂ ਤੁਸੀਂ ਕਿਸੇ ਮਿਲਕ ਨੂੰ ਇਫ ਯੂ ਪੁੱਟ ਇਟ ਔਨ ਅ ਸਟੋਵ ਐਂਡ ਯੂ ਪੁੱਟ ਇਟ ਔਨ ਅ ਲਾਈਕ ਮੀਡੀਅਮ ਐਂਡ ਦੈਨ ਹੌਲੀ ਹੌਲੀ ਉਹ ਬੋਇਲ ਹੁੰਦਾ। ਸੋ ਸਿਮਿਲਰਲੀ ਵਿਦ ਰਿਸ਼ਤੇ, ਹੌਲੀ ਹੌਲੀ ਚੀਜ਼ਾਂ ਨੈਗੇਟਿਵਿਟੀ ਜਦੋਂ ਸਾਡੇ ਰਿਸ਼ਤਿਆਂ ਦੇ ਵਿੱਚ ਵੱਧਦੀ ਜਾਂਦੀ ਆ ਐਂਡ ਇਵੈਂਚੁਅਲੀ ਉਹ ਬੋਇਲ ਹੋ ਜਾਂਦਾ। ਸੋ ਇਸ ਟਾਈਮ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਣਾ ਕਿ ਸਾਨੂੰ ਆਪਣੇ ਰਿਸ਼ਤਿਆਂ ਦਾ ਵੀ ਰੀਸਟਰਕਚਰ ਕਰਨਾ ਪੈਣਾ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾਗਾ ਕਿ ਪੈਂਡੈਮਿਕ ਸਿਰਫ ਸਾਨੂੰ ਇਹ ਨਹੀਂ ਕਹਿੰਦਾ ਕਿ ਸਰੀਰਕ ਲੈਵਲ ਤੇ ਬਾਹਰਲੀਆਂ ਐਡਜਸਟਮੈਂਟ ਕਰ, ਸਾਡੇ ਰਿਸ਼ਤਿਆਂ ਦੇ ਵਿੱਚ, ਸਾਡੀ ਕਮਿਊਨੀਕੇਸ਼ਨ ਦੇ ਵਿੱਚ ਐਡਜਸਟਮੈਂਟ, ਸਾਡੇ ਰਹਿਣ ਸਹਿਣ ਦੇ ਵਿੱਚ ਐਡਜਸਟਮੈਂਟ, ਸਾਡਾ ਇੰਟਰੈਕਸ਼ਨ ਤਰੀਕੇ ਨਾਲ ਐਡਜਸਟਮੈਂਟ, ਸਾਡਾ ਇੱਕ ਦੂਜੇ ਨਾਲ ਵਰਕ ਕਰਨ ਦਾ ਐਡਜਸਟਮੈਂਟ। ਸੋ ਬਹੁਤ ਸਾਰੀਆਂ ਐਡਜਸਟਮੈਂਟ ਸਾਨੂੰ ਕਰਨੀਆਂ ਐਂਡ ਅੰਡਰਸਟੈਂਡੇਬਲ ਆ ਬਿਕਾਜ਼ ਜੇ ਤੁਹਾਨੂੰ ਇੰਨੀਆਂ ਐਡਜਸਟਮੈਂਟ ਇੰਨੇ ਛੋਟ ਟਾਈਮ ਦੇ ਵਿੱਚ ਕਰਨੀਆਂ ਪੈਂਦੀਆਂ, it's not easy, ਔਖਾ ਵਾ, it's hard and ਮੈਂ ਉਹ ਸਮਝ ਸਕਦੀ ਕਿ ਰੋਜ਼ ਤੁਹਾਨੂੰ ਇੱਕ ਨਵੀਂ ਚੀਜ਼ ਆਪਦੀ ਲਾਈਫ ਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ। ਇਟਸ ਟੂ ਮੱਚ, ਤੁਹਾਡਾ ਦਿਮਾਗ ਵੀ ਓਵਰਵੈਲਮ ਹੋ ਜਾਂਦਾ ਬਿਕਾਜ਼ ਰੋਜ਼ ਤੁਸੀਂ ਇੱਕ ਨਵਾਂ ਕੋਪਿੰਗ ਮੈਕੈਨਿਜ਼ਮ ਯੂਜ਼ ਕਰਨ ਦੀ। ਸੋ ਜਿਹੜੇ ਤਾਂ ਕਪਲ ਰਹਿ ਰਹੇ ਨੇ ਇਕੱਠੇ ਐਂਡ ਜਿਨ੍ਹਾਂ ਨੂੰ ਲੱਗਦਾ, ਉਹਨਾਂ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ, ਗੁਰਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਆਈ ਆ, ਤੁਸੀਂ ਕਿਹੜੀ ਸਿਚੁਏਸ਼ਨ ਦੇ ਵਿੱਚ ਬੈਟਰ ਆ, ਜਿੱਥੇ ਤੁਹਾਡੇ ਕੋਲ ਇੱਕ ਟੂਲ ਹੋਵੇ ਜਾਂ ਜਿੱਥੇ ਤੁਹਾਡੇ ਕੋਲ ਦੋ ਟੂਲ ਹੋਣ? ਦੋ ਟੂਲ ਜਿੱਥੇ ਹੋਣ, ਤੁਹਾਡੇ ਕੋਲ ਡੈਫੀਨਿਟਲੀ। ਦੋ ਟੂਲ ਹੋਣ, when you have two tools। ਜੀ। ਸੋ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਰਹਿੰਦੇ ਹੋ ਤਾਂ ਇਹ ਸਮਝੋ ਕਿ ਜੇ ਮੇਰੇ ਘਰ ਦੇ ਵਿੱਚ 5 ਜਾਣੇ ਆ, that means I have 5 tools because everybody is going to deal with this problem in a different and a unique way, which is very different from mine. So it's a good thing because now you have 5 ways to deal with it, right? Not one. Yeah. So, and normally because hunda ki hai ki jadi psychologically, Gurpreet ji, when you have when somebody disagree with you, ਜਿਨ੍ਹਾਂ ਦਾ different coping mechanism ਹੁੰਦਾ, ਤੁਹਾਡੀ listening ability ਸਿਰਫ 10 second ਹੁੰਦੀ ਆ, only 10 seconds and you start reacting. Let's say your wife and your husband has a different coping mechanism, and you only have like 10 seconds and ਉਦੋਂ ਬਾਅਦ ਤੁਸੀਂ reactive ਹੋ ਜਾਂਦੇ because you don't want to listen to it because it's a very different It's coping like time mechanism. bomb. But Yeah. yes, but rather than think about it, ਹਰ coping mechanism ਇਸ ਘੜੀ ਦੇ ਵਿੱਚ ਕੰਮ ਆ ਸਕਦਾ ਵਾ because ਹਰ coping mechanism ਇੱਕ tool ਆ। So for example, ਮੈਂ ਜਿਵੇਂ ਤੁਹਾਨੂੰ example ਦੇਵਾਂ ਕਿ ਇੱਕ husband ਆ, ਉਹ ਬਹੁਤ ਜ਼ਿਆਦਾ anxiety ਆ, ਉਹਨੂੰ ਬਹੁਤ ਜ਼ਿਆਦਾ anxiety, ਉਹਨੂੰ ਆ ਕਿ oh my god ਕੀ ਹੋਊਗਾ, gloves ਪਾਓ, ਹਰ ਵਾਰੀ 10-10 ਮਿੰਟ ਬਾਅਦ ਹੱਥ ਧੋਵੋ, and ਇੱਕ wife ਆ ਜਿਹੜੀ ਥੋੜੀ relaxed ਆ, ਜਿਹੜੀ ਥੋੜੀ ਕਹਿੰਦੀ ਕਿ it's okay, ਠੀਕ ਹੈ, ਆਇਆ ਵਿਆ, it'll go। ਦੋਨੇ ਹੀ ਕੋਪਿੰਗ ਮੈਕੈਨਿਜ਼ਮ ਤੁਹਾਡੇ ਲਈ ਜ਼ਰੂਰੀ ਨੇ ਇਸ ਪੈਂਡੈਮਿਕ ਦੇ ਵਿੱਚ। ਤੁਹਾਡੇ ਲਈ ਰਿਲੈਕਸੇਸ਼ਨ ਵੀ ਜ਼ਰੂਰੀ ਆ ਐਂਡ ਤੁਹਾਡੇ ਲਈ ਐਂਜ਼ਾਈਟੀ ਵੀ ਜ਼ਰੂਰੀ ਆ ਬਿਕਾਜ਼ ਬੋਥ ਆਫ them will keep you on your toes, right? ਸੋ ਇੱਕ ਜਿਹੜਾ ਜੇ ਤੁਸੀਂ ਉਸ ਘਰ ਦੇ ਵਿੱਚ ਇੱਕ ਤੁਹਾਡਾ ਇਵੇਂ ਪਾਰਟਨਰ ਕੋਪ ਕਰ ਰਿਹਾ ਵਾ, ਤੁਸੀਂ ਇਸ ਦੇ ਬਜਾਏ ਥ੍ਰੈਟ ਦੀ ਬਜਾਏ ਦੇਖੋ ਕਿ ਮੇਰੇ ਕੋਲ ਹੁਣ ਦੋ ਤਰੀਕੇ ਆ। ਸੋ ਜਿਹੜਾ ਤਾਂ ਇੱਕ ਐਂਜ਼ਾਈਟੀ ਵਾਲਾ ਹਸਬੈਂਡ ਆ, ਉਹ ਆਪਣੀ ਵਾਈਫ ਨੂੰ ਥੋੜੀ ਇਸ ਤਰੀਕੇ ਨਾਲ ਰਿਮਾਈਂਡ ਕਰੂਗਾ ਕਿ ਮੇਕ ਸ਼ੋਰ ਤੁਹਾਡੇ ਗਲਵਜ਼ ਹੈਗੇ ਆ, ਮੇਕ ਸ਼ੋਰ ਤੁਹਾਡੇ ਹੱਥ ਵਾਸ਼ ਕੀਤੇ ਹੋਏ ਆ, ਮੇਕ ਸ਼ੋਰ ਜਦੋਂ ਤੁਸੀਂ ਕਾਰ 'ਚ ਬਹਿੰਦੇ ਹੋ ਤੁਸੀਂ ਪ੍ਰੋਟੋਕਾਲ ਫੋਲੋ ਕਰਦੇ ਹੋ, ਮੇਕ ਸ਼ੋਰ ਤੁਸੀਂ 6 ਮੀਟਰ ਨਾਲ ਡਿਸਟੈਂਸ ਕਰਦੇ ਆ। ਸੋ ਉਹ ਤੁਹਾਨੂੰ ਰਿਮਾਈਂਡ ਕਰਾ ਸਕਦਾ, ਜਿਹੜਾ ਬੰਦਾ ਤੁਹਾਡਾ ਰਿਲੈਕਸ ਲੇਡ ਬੈਕ ਹੋਵੇ ਉਹਨੂੰ ਯਾਦ ਨਹੀਂ ਰਹਿੰਦੀਆਂ ਗੀਆਂ, which I'm sorry to say, ਪਰ ਮੈਂ ਥੋੜੀ ਏਦਾਂ ਦੀ ਆ। ਬਟ ਦੈਨ ਸੋ ਜੇ ਤੁਹਾਡੀ ਵਾਈਫ ਥੋੜੀ ਰਿਲੈਕਸ ਹੈ ਇਸ ਚੀਜ਼ ਦੇ ਵਿੱਚ, ਉਹਨੂੰ ਲੱਗਦਾ ਕਿ ਰਿਲੈਕਸ ਆ, ਉਹ ਹਸਬੈਂਡ ਦੀ ਮਦਦ ਕਰ ਸਕਦੀ। ਸੋ ਫॉर ਐਗਜ਼ਾਮਪਲ when your husband says ਕਿ partner says ਕਿ every 10 minutes wash hands, ਤਾਂ ਉਹ ਕਹਿ ਸਕਦੀ ਕਿ I know, I understand your anxiety and it's keeping us safe. Thank you so much for doing it because ਤੁਹਾਡੀ anxiety ਨਾਲ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਬਾਹਰ ਚੱਲਦੇ ਹਾਂ ਅਸੀਂ ਕਿਵੇਂ ਰਹਿਣਾ ਵਾ। But let me help you calm here. We are fine here. So let's use this coping mechanism. ਹੁਣ ਅਸੀਂ ਇਹ coping mechanism ਵੀ use ਕਰ ਸਕਦੇ ਹਾਂ, which is to be a bit relaxed and bit laid back when we're at home. So you see ਕਿ ਦੋਨੇ ਹੀ coping mechanism ਬੜੇ ਵਧੀਆ ਕੰਮ ਕਰ ਸਕਦੇ ਇੱਕ ਦੂਜੇ ਨਾਲ because most of the time ਜਿਹੜੇ ਸਾਡੇ coping mechanism ਉਹ ਇੱਕ extreme ਹੁੰਦੇ ਆ, right? So for example, ਇੱਕ ਕੋਲੇ ਨੂਨ ਆ, ਇੱਕ ਕੋਲੇ ਮਿਰਚਾਂ ਵਾ, but they can make a beautiful sabji. They can make a beautiful dish out of it, right? But if both of them just say like I don't want to use noon wala kave ke main mirch nahi use karni, mirch wala kave main noon nahi use karna, it's not eatable. You won't be able to eat it because it's too much of one thing. But when you mix and match, it's a beautiful combination, right? So coping mechanism ਜਦੋਂ ਦੂਸਰੇ ਇਨਸਾਨ ਦੇ ਤੁਸੀਂ ਦੇਖਦੇ ਹੋ, ਉਹ ਇੱਕ ਟੂਲ ਸਮਝੋ ਕਿ ਮੇਰੇ ਕੋਲ ਉਹ ਹੈ ਨਹੀਂ, but it's a good thing he has something different than I have or she has something different than I have.
then we can use all of it. And similarly, your children too, they also have their coping mechanism, that they can sort of work with. And maybe ਇੱਕ ਇਨਸਾਨ ਬਹੁਤ ਜ਼ਿਆਦਾ ਇੱਕ ਘਰ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ ਦੇਖਦਾ, ਕਿਉਂਕਿ ਉਹਨੂੰ ਹਰ ਵੇਲੇ ਐਂਗਜ਼ਾਇਟੀ ਹੈ ਕਿ ਦੇਖਣੇ ਕੇਸ ਦੇਖਣੇ ਕਿੰਨੇ ਹੋ ਗਏ, ਕਿੰਨੇ ਲੋਕੀ ਇੰਪੈਕਟ ਹੋ ਗਏ। ਐਂਡ Hmm. ਇੱਕ ਥੋੜਾ ਬਹੁਤ ਕਿ ਉਹ ਕਹਿੰਦਾ ਕਿ ਥੋੜਾ ਜਿਹਾ ਆਪਾਂ ਮੂਵੀਜ਼ ਵੇਖੀਏ, ਕੋਈ ਡਿਫਰੈਂਟ ਵੇਖੀਏ। So it's a good balance, because then they'll both keep they'll get to know the finding, ਜਿਵੇਂ ਜਿਹੜੀਆਂ ਵੀ ਅਪਡੇਟਸ ਆਉਂਦੀਆਂ ਗਈਆਂ ਕਿ ਤੁਸੀਂ ਕਿਵੇਂ ਕਿਵੇਂ ਆਪਦੀ ਲਾਈਫ ਐਡਜਸਟ ਕਰਨੀ ਹੈ। So it's important that you watch the news for that, but it's important that you don't watch it for 12 hours. You only watch it for a certain Hmm. amount of time. It's important that ਤੁਸੀਂ ਦੂਸਰੀਆਂ ਚੀਜ਼ਾਂ ਨੂੰ ਵੀ ਐਕਸਪੋਜ਼ ਕਰੋ, you go out, ਤੁਸੀਂ walk ਕਰੋ, ਥੋੜਾ ਆਪਦੇ ਆਪ ਨੂੰ ਫਰੈਸ਼ ਏਅਰ ਦੇਵੋ, ਲੋਕਾਂ ਨਾਲ ਕਨੈਕਟ ਕਰੋ ਜ਼ੂਮ ਦੇ ਥਰੂ ਜਾਂ ਫੇਸਬੁੱਕ ਦੇ ਥਰੂ। So it can be a good mix and a match, but the goal is not to become threat ਜਦੋਂ ਦੂਸਰਾ ਇਨਸਾਨ ਆਪਦਾ ਕੋਪਿੰਗ ਮੈਕੈਨਿਜ਼ਮ ਸ਼ੇਅਰ ਕਰ ਰਿਹਾ ਹੋਵੇ। And talk to other Hmm. people, not just in your home. Talk to other people. Most of the time, ਕਈ ਵਾਰ ਪੇਰੈਂਟਸ ਮੈਨੂੰ ਕਹਿੰਦੇ ਆ ਕਿ ਓ ਮਾਈ ਗॉड, ਲਾਈਕ ਮੇਰੇ ਬੱਚੇ ਤਿੰਨ ਆ, ਇਟਸ ਹਾਰਡ, ਲਾਈਕ ਬਹੁਤ ਔਖਾ ਵਾ, ਮੈਂ ਇੰਨਾ ਚਿਰ ਆਪਣੇ ਬੱਚਿਆਂ ਨਾਲ ਰਹੀ ਨਹੀਂ ਗਈ। ਐਂਡ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਟਾਕ ਟੂ ਅਦਰ ਪੀਪਲ, ਆਸਕ them how are they managing, call other Yeah. people and say, my child did that, and maybe have somebody else to talk to your child, because ਕਈ ਵਾਰ ਦੂਸਰੇ ਜਿਹੜੇ ਪੇਰੈਂਟਸ ਆ ਨਾ, ਜੇ ਕਈ ਵਾਰ ਅਸੀਂ ਆਪਦੇ ਭੂਆ ਜਾਂ ਮਾਸੀ ਨਾਲ ਗੱਲ ਕਰੀ ਦੀ, ਤੇ ਉਹ ਥੋੜਾ ਬੈਟਰ ਸਾਨੂੰ ਐਕਸਪਲੇਨ ਕਰ ਦਿੰਦੇ ਚੀਜ਼ਾਂ ਆਪਦੇ ਓਨ ਪੇਰੈਂਟਸ ਨਾਲ, Hmm. because Yeah. the interaction gets very very toxic ਚਲੀ ਜਾਂਦੀ ਹੈ। ਸੋ ਇਹ Hmm. ਥੋੜਾ ਚੰਗੀ ਚੀਜ਼ ਹੈ, ਦੂਸਰੇ ਇਨਸਾਨ ਨੂੰ ਤੁਸੀਂ ਕਹੋ ਕਿ can you talk to my child about this, can you see what he thinks, Hmm. because ਕਈ ਵਾਰ ਆਪਦੇ ਹੀ ਮਾਂ-ਬਾਪ ਦੇ ਨਾਲ ਤੁਹਾਡੇ ਤੋਂ ਉਹ ਪਰਸਪੈਕਟਿਵ, ਆਊਟਸਾਈਡਰ ਪਰਸਪੈਕਟਿਵ ਨਹੀਂ ਤੁਹਾਡੇ ਕੋਲ ਰਹਿੰਦਾ। Hmm. ਬਿਲਕੁਲ ਪਰਵਿੰਦਰ, ਐਂਡ ਆਈ ਥਿੰਕ ਜਿੱਦਾਂ ਤੁਸੀਂ ਕਿਹਾ, ਦਿਸ ਇਜ਼ ਵਾਈ ਦੀ ਆਪੋਜ਼ਿਟ ਅਟਰੈਕਟ, ਜਿੱਦਾਂ ਕਹਿੰਦੇ ਹੁੰਦੇ ਨੇ, ਕਿਉਂਕਿ ਬੈਲੈਂਸ ਹੋਣਾ ਲਾਈਫ 'ਚ ਬਹੁਤ ਜ਼ਰੂਰੀ ਹੈਗਾ ਆ। ਪਰਵਿੰਦਰ, ਅਸੀਂ ਸਾਰਿਆਂ ਦੀ ਗੱਲ ਕੀਤੀ ਇੱਥੇ, ਪੇਰੈਂਟਸ ਦੀ ਗੱਲ ਕੀਤੀ, ਪੀਪਲ ਵਿਦ ਲਿਟਲ ਚਿਲਡਰਨ ਉਹਨਾਂ ਦੀ ਗੱਲ ਕੀਤੀ, ਬੱਚਿਆਂ ਦੀ ਵੀ ਗੱਲ ਕੀਤੀ ਆਪਾਂ, ਬਟ ਆਈ ਥਿੰਕ ਜਿਹੜੇ ਯੰਗਸਟਰਸ ਨੇ, ਜਿੱਦਾਂ ਜਿਨ੍ਹਾਂ ਨੇ ਏ ਲੈਵਲਸ ਖਤਮ ਕਰਕੇ, ਇੰਡੀਆ 'ਚ ਆਪਾਂ ਕਹਿੰਦੇ ਹਾਂ 12th ਸਟੈਂਡਰਡ ਫਿਨਿਸ਼ ਕਰਕੇ ਉਹਨਾਂ ਨੇ ਕਾਲਜ ਜਾਣਾ ਸੀਗਾ, ਜਾਂ ਫਿਰ ਕਈ ਨੇ ਜਿਨ੍ਹਾਂ ਨੇ ਕਾਲਜ ਦੀ ਡਿਗਰੀ ਪੂਰੀ ਕਰ ਲਈ ਐਂਡ ਦੇ couldn't attend their graduation ceremony. ਸੋ ਕਿੰਨੇ ਯੰਗਸਟਰਸ ਨੇ ਜੋ ਆਪਣੇ ਇੱਕ ਕਰੂਸ਼ਲ ਪੁਆਇੰਟ ਉਹਨਾਂ ਦੀ ਜਿਹੜੀ ਸਟੱਡੀਜ਼ ਜਾਂ ਕਰੀਅਰ ਆ ਉਹਨਾਂ ਨੇ ਮਿਸ ਕਰ ਲਿਆ, ਐਂਡ they're really feeling quite upset about it. They have a feeling of missing out. They have suddenly a feeling of FOMO, because as they say in the culture, it's YOLO, you only live once, and you couldn't have a graduation ceremony. So ਉਹ ਕਾਫੀ ਜਿੱਦਾਂ ਡਿਚ ਟੂ ਫੀਲ ਕਰ ਰਹੇ ਨੇ, ਐਂਡ ਇਸ ਕਰਕੇ ਯੰਗਸਟਰਸ ਦੇ ਵਿੱਚ when we talk about upset, ਉਹ ਸੈਡ ਦੇ ਬਦਲੇ ਉਹਨਾਂ 'ਚ ਜਿਹੜਾ ਐਂਗਰ ਆ ਉਹ ਕਾਫੀ ਜ਼ਿਆਦਾ ਆ ਜਾਂਦਾ ਹੈ, ਐਟੀਟਿਊਡ, ਐਂਗਰ ਪ੍ਰੋਬਲਮਸ ਹੋ ਜਾਂਦੇ ਨੇ। ਸੋ ਤੁਸੀਂ ਉਹਨਾਂ ਬਾਰੇ ਵੀ ਕੁਝ ਕਹੋ ਕਿ ਕਿੱਦਾਂ ਉਹ ਕੋਪ ਕਰ ਸਕਦੇ ਨੇ, ਜਿਹੜਾ ਹੋ ਗਿਆ ਹੁਣ ਹੋ ਗਿਆ। ਹਾਂਜੀ ਗੁਰਪ੍ਰੀਤ ਜੀ, ਜਿਵੇਂ ਦੁਬਾਰਾ ਜਿਵੇਂ ਆਪਾਂ ਰੀਸਟਰਕਚਰ ਤੇ ਆ ਜਾਂਦੇ, ਦੇਖੋ ਜਿਹੜੀ ਲਾਈਫ ਸੀ ਨਾ ਇਸ ਤੋਂ ਪਹਿਲਾਂ ਬੜੀ ਫਾਸਟ ਸੀ। ਅਸੀਂ 10 ਸਾਲਾਂ ਦੇ ਵਿੱਚ 100 ਸਾਲ ਜਿਉਣਾ ਚਾਹੁੰਦੇ ਹਾਂ, that's what we want, ਕਿ ਅਸੀਂ ਇੰਨੀ ਛੇਤੀ ਚੀਜ਼ਾਂ ਚਾਹੁੰਦੇ ਹਾਂ। ਸੋ ਹੋਇਆ ਕਿ ਜਿਸ ਵੇ ਕੋਵਿਡ ਸਿਚੁਏਸ਼ਨ ਆਈ ਆ, ਇਸ ਚੀਜ਼ ਨੇ ਸਾਨੂੰ ਥੋੜੀ slowness, it brought just being slow, like just having a slow pace, and it's very new to most of us, especially the youngster, because we're used to fast life, like one after the other, Hmm. that's what we're used to. And suddenly this has told us, hey, sit down, be patient, just be calm, and you don't have to do anything. And this is very new for us, not to do anything, just to sit with ourselves. So, and it can become very like an angry situation too, because we're not used to being slow and slowing down. So one thing that you can do is to choose to treat this as an opportunity, because life ਦੇ ਵਿੱਚ fast ਚੀਜ਼ਾਂ ਜਦੋਂ ਅਸੀਂ ਕਰਦੇ ਹਾਂ, we forget that we have to slow down, that the moments have to be enjoyed, and being like when you're slow. So you have to balance life with the fast and with the slow. And because this is a new phase and this is teaching you something that was not there in you, it is a good opportunity that you take this into account and you learn what it's trying to teach you, what is to just become slow. And
find different ways to celebrate, become creative in celebrating. For example, you had ceremony, like normally ceremonies hundiyan, graduation ceremonies hundiyan, and most people didn't have weddings that they planned that they would, right? People just had like court marriages or something. So that's a big adjustment too, because especially in our culture, we are conditioned to think whenever the wedding happens, it'll be a big one and a lot of people will attend it. So find ways to connect with people, find ways to, yeah, we cannot be physically together with other people, and that's okay, but how can you connect with other people, like using Facebook, Zoom, whatever technology you can use? Talk to people, you can still connect with people, because ਇਸ ਜਿਹੜੀ ਕੋਵਿਡ ਸਿਚੁਏਸ਼ਨ ਆ ਗੁਰਪ੍ਰੀਤ ਜੀ, ਉਹਨੇ ਸਾਨੂੰ ਮਾਨਸਿਕ ਇਕੱਲਾ ਰਹਿਣਾ ਨਹੀਂ ਸਿਖਾਇਆ. It's told us be physically distance ਰਵੋ, but ਮਨ ਦੇ level ਤੇ we can still have a emotional closeness with people. We can still be emotionally close to people. We can still share what we feel and our feelings with people. So ਉਹ ਚੀਜ਼ ਨਹੀਂ ਇਹਨੇ stop ਕੀਤੀ COVID ਨੇ. So being a creative, how can I celebrate? I still want to celebrate. I've graduated. I want to celebrate this beautiful moment in my life. And let's maybe write down the people that you really wanted to invite, that you really wanted, think that maybe instead of spending it like this day with 100 people, and there's maybe 50 or 60 you might not know, you spend time with people, that 10 or 20 that were really truly meaningful for you, Yeah, right? absolutely. And So ਤੁਸੀਂ ਇਹਦੇ ਵਿੱਚ restructure. ਮੈਰਿਜਸ ਦੀ ਵੀ ਗੱਲ ਕੀਤੀ ਪਲਵਿੰਦਰ, ਕਿ ਵੈਡਿੰਗਸ, ਇੰਡੀਅਨ ਵੈਡਿੰਗਸ ਦਾ ਕਿੰਨਾ ਜਿੱਦਾਂ ਸ਼ੋਅ ਵਾਸਤੇ ਹੁਣ ਇਹ ਚੀਜ਼ ਜ਼ਿਆਦਾ ਹੋ ਗਈ ਹੈ, ਐਂਡ ਸਮਹਾਉ ਪੈਂਡੈਮਿਕ ਹੈਜ਼ ਹੈਲਪਡ ਕਾਮ ਥਿੰਗਸ ਡਾਊਨ, ਔਰ ਸ਼ਾਇਦ ਦਿਸ ਹੈਜ਼ ਹੈਪਨ ਫॉर ਗੁੱਡ। ਤੁਸੀਂ ਇਹਦੇ ਪਿੱਛੇ ਵੀ ਜਿਹੜੀ ਸਾਈਕੀ ਹੈਗੀ ਆ ਇੰਡੀਅਨ ਸੋਸਾਇਟੀ ਦੀ, ਇਹਦੇ ਪਿੱਛੇ ਵੀ ਤੁਸੀਂ ਪਲੀਜ਼ ਗੱਲ ਕਰੋ ਥੋੜਾ ਜਿਹਾ। ਜੀ ਹਾਂ, ਸੋ ਫॉर ਐਗਜ਼ਾਮਪਲ ਜਿਵੇਂ ਅਸੀਂ ਮੈਂ ਆਪਣੀ ਲਾਈਫ ਦੇ ਵਿੱਚ ਗੁਰਪ੍ਰੀਤ ਇਹ ਚੀਜ਼ ਰੀਅਲਾਈਜ਼ ਕਰ ਰਹੀ ਕਿ we did so much, like like it was not even necessary. Like we were doing a lot of things in life that were we like whenever like people would tell us like come spend time with us, and we'll be like, we're really busy, it's so busy, it's so busy. And then suddenly you're like, you were doing a lot of useless things too, like Yeah. for example, like having weddings, like inviting a lot of people, and then not even getting to connect with those people, not forming connection with those people. And some people would come to your weddings and they wouldn't even acknowledge, or you don't acknowledge, or they don't acknowledge one or the other thing. So because there's so many people, so you don't really create meaningful connections. You're not truly connected, and you do this because what will people say? That person ਉਸ ਇਨਸਾਨ ਨੇ ਬਹੁਤ ਵੱਡਾ ਵਿਆਹ ਕੀਤਾ and ਤੁਸੀਂ ਛੋਟਾ ਕੀਤਾ, and ਲੋਕ ਕੀ ਕਹਿਣਗੇ? So basically ਜਿਹੜੀਆਂ ਬਹੁਤ useless ਜਿਹੜੀ psychology ਹੈ, ਜਿਹੜੀ ਸਾਨੂੰ ਇੱਕ ਮਾਨਸਿਕ ਤੌਰ ਤੇ ਨਹੀਂ better ਮਹਿਸੂਸ ਕਰਵਾਉਂਦੀ, because one, you spend so much more than you really are capable or capacity, because a lot of people suffer too. We're just doing it because everybody's doing it, right? So Yeah. mentally it's a torture. And then second of all, you do all this, you still don't get ਜਿਵੇਂ ਮਾਨਸਿਕ ਖੁਰਾਕ ਤੁਹਾਨੂੰ ਫਿਰ ਵੀ ਨਹੀਂ ਮਿਲਦੀ, because our ਮਾਨਸਿਕ ਖੁਰਾਕ ਉਹ ਹੈ ਕਿ when people come and they connect with you, they talk to you, they ਤੁਹਾਡੇ ਨਾਲ ਤੁਹਾਡਾ ਦੁੱਖ ਸੁੱਖ ਆਪਦਾ share ਕਰਦੇ, so that is not there. So just because for 100 ਸਾਲਾਂ ਤੋਂ ਲੋਕੀ ਕਰ ਰਹੇ ਸੀ doesn't mean we have to continue it. So we have to this is a good opportunity to really break it down, like was it really serving? And I know maybe ਸ਼ਾਇਦ ਤੁਹਾਨੂੰ ਪਤਾ ਹੋਊਗਾ ਕਈ ਲੋਕਾਂ ਦੇ ਵਿਆਹ ਹੋਇਆ and there were beautiful marriages, 10-15 ਲੋਕ ਉਹਨਾਂ ਦੇ ਵਿੱਚ involved ਸੀ, and they were really happy, because it's really about the commitment you're making with the other person, not how many people will attend the wedding. So people are really getting to the core, like what really matters in a marriage. What matters is that who you're marrying, and who has been meaningful, and people that can guide you through that marriage. I was just reading this one article, this ਜਿਹੜਾ ਕਿਸੇ ਨੇ marriage ਕੀਤੀ, ਉਹਨਾਂ ਨੇ 15 ਕੁ ਲੋਕ ਬਿਠਾਏ, and it was like a really small function, and ਹਰ 15 ਦੇ ਵਿੱਚੋਂ ਲੋਕਾਂ ਨੇ ਬੜੀ ਵਧੀਆ advice ਦਿੱਤੀ ਉਹਨਾਂ ਦੀ marriage ਵਾਸਤੇ, and ਉਹਨਾਂ ਨੇ commitment ਕੀਤੀ ਕਿ 15 ਲੋਕ ਜਿਹੜੇ ਆਏ ਸੀਗੇ, because marriage ਇੱਕ ਚਾਹੇ ਤੁਸੀਂ ਆਪਣੀ ਮਰਜ਼ੀ ਨਾਲ ਕਰਾਓ, ਚਾਹੇ ਤੁਸੀਂ ਆਪਣੀ parents ਦੀ ਮਰਜ਼ੀ ਨਾਲ ਕਰਾਓ, it has its ups and downs, and you do need help from time to time to see Yeah. things in a different perspective, and it was Yeah. so beautiful कि उन 15 लोगों ने commitment बनाई कि we are there for you, we're gonna help you see things differently. And imagine, we don't do that in normal weddings. We don't, it, especially our we community. don't.
बिल्कुल नहीं। And we have big parties, and then after 10, 20 days, or maybe after a year, you're like, why did I marry this person? And suddenly there's nobody to help you. Suddenly there's nobody to tell you that things are going to be different, right? Suddenly there's, हम्म because marriage है ना, या एक बच्चा भी या गुरप्रीत एक community पालदी है. It takes a हम्म community to make a marriage work, and it takes a community to raise a child, because you can't do it on yeah, your own, right? no, You get too caught up absolutely. in your own perspectives, and you need other people's perspective. You need outsider. There's people that are observing it to tell you, hey, you're too much into your own coping mechanism. Hey, you're too Yeah. much into, you're worrying too much about it. But just let's take a step back, and then so the community makes a marriage work. And it was a beautiful ceremony, and I think maybe that is what we need to start doing it. Yeah, yeah, and it's high Instead of time that making people understand this. yeah, and instead of making a marriage look like someone like, it's made in heaven, and after that there's no problems, which there will be, or when there's a Hmm. child. No, you talk to people and you get together with 10, 20, and you say, we're committed to making this marriage work. We're Hmm. committed to making Absolutely. a child, we're committed to raising this child together. And what can Hmm. we do? So, because the thing is, these days, parents are so pressured because they feel they're the only one who's raising a child, Yeah. which is a really Yeah. wrong way to raise a child, because the child only is like, if there's two people that are trying to do something that an entire village used to do back in India or wherever Yeah. other as well, and सही now there's गल है. only two people trying to do it, it's gonna create pressure on parent. And when you're pressured, you make the child more stressful, and suddenly we as children, we think we have to take care of our parents now. I Hmm. cannot tell you, Gurpreet, there's so many people that come into my office, and when I talk to children, they said, we have to take care of our parents. We don't want them to feel bad. We don't want them to make unhappy. We want to make sure. And I'm like, this is a child taking care of a Hmm. parent. This is a child Yeah. taking adult role when they don't Yeah. have to. They just have to be children. They just have to Yeah. be, have their feelings. They have to be Innocent. messy in a physical and a mentally Hmm. like way. And Yeah. similarly, Yeah. so marriage, Absolutely. and so similarly, a marriage, it's an entire village that makes that companionship work, because you're no longer Hmm. pressuring one person to meet all your needs. Hmm. You're saying Yeah. everybody, I'm gonna connect with everybody, because my partner is not like, ਅੱਜਕੱਲ problem ਇਹ ਹੈ ਨਾ ਕਿ ਅਸੀਂ ਇੱਕ ਇਨਸਾਨ ਤੋਂ ਬਹੁਤ ਚੀਜ਼ਾਂ ਦੀ ਉਮੀਦ ਕਰਦੇ ਹਾਂ, and Hmm. ultimately we're all under pressure. जी बिल्कुल बिल्कुल रविंदर इंडियन वेडिंग से तो ये एक स्पेशल कैरेक्टरिस्टिक है कि कोई ना कोई ਜਿਹੜੀ ਲੜਾਈ ਆ ਉਹ ਜ਼ਰੂਰ ਹੁੰਦੀ ਆ ਹਰ ਵਿਆਹ ਦੇ ਵਿੱਚ ਤੇ ਪਲਵਿੰਦਰ there's so much to talk to you about because everybody in the community, no matter which role they are in, a mother, sister, father, ਜਿਹੜੇ ਹਰ ਪਰਸਨ ਕਿਸੇ ਨਾ ਕਿਸੇ ਤਰੀਕੇ ਨਾਲ ਮੈਂਟਲ ਸਪੋਰਟ ਜਿਹੜਾ ਆ ਉਹ ਚਾਹੁੰਦਾ ਹੁੰਦਾ ਆ ਜੇ ਆਪਾਂ ਸਿਰਫ ਪੈਂਡੈਮਿਕ ਤੱਕ ਆਪਣੀ ਕਨਵਰਸੇਸ਼ਨ ਹਲੇ ਵਾਸਤੇ ਰੱਖੀਏ ਕਾਫੀ ਲੋਕ ਨੇ ਜਿਹੜੇ ਵਰਕ ਫਰਮ ਹੋਮ ਕਰ ਰਹੇ ਨੇ ਐਂਡ ਥਿੰਗਸ aren't the same for them anymore ਕਾਫੀ ਕੁਛ ਆ they Mhm. feel procrastination ਹੈਗੀ ਹੈ the laziness ਜਿਹੜੀ ਆ ਕਿ ਸਵੇਰੇ ਉੱਠ ਕੇ ਹੁਣ ਤਿਆਰ ਨਹੀਂ ਹੋਇਆ ਜਾਂਦਾ ਜਿੱਦਾਂ ਪਹਿਲੇ ਹੁੰਦਾ ਸੀਗਾ and a lot of people don't want to go back to work at all ਹੁਣ ਕਾਫੀ ਜਗ੍ਹਾ ਮੈਂ ਕਹਿੰਦੀ ਹਾਂ opposite ਵੀ ਹੋ ਸਕਦਾ ਆ so many people are feeling so lonely and isolated they want to get out of home because they were so Mhm. social ਪਹਿਲਾਂ ਹੁਣ suddenly ਸਭ ਖਤਮ ਹੋ ਗਿਆ ਸੋ ਦੋ extremes ਹੁਣ ਇੱਥੇ ਬਣ ਗਏ ਹੈਗੇ ਨੇ ਸੋ work wise ਜਿਹੜੇ ਦੋ extremes ਨੇ ਇਹਨਾਂ ਵਾਸਤੇ ਤੁਸੀਂ ਇੱਕ final advice ਜਿਹੜੀ ਆ viewers ਨੂੰ please ਦੇ ਦਿਓ ਹਾਂਜੀ ਸੋ ਗੁਰਪ੍ਰੀਤ ਜੀ ਇਹ ਬੜਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਵੇਂ ਅਸੀਂ ਆਪਣਾ ਇੱਕ ਭੋਜਨ ਇੱਕ ਫੂਡ ਖਾਂਦੇ ਹਾਂ ਨਾ ਸੋ ਵੀ ਗਿਵ ਫੂਡ ਟੂ ਆਵਰ ਬਾਡੀ ਸਿਮਿਲਰਲੀ ਵੀ ਹੈਵ ਟੂ ਗਿਵ ਇੱਕ ਮੈਂਟਲ ਫੂਡ ਵੀ ਆਪਣੀ ਬਾਡੀ ਨੂੰ ਦੇਣਾ ਪੈਂਦਾ ਸਾਨੂੰ ਐਂਡ ਉਹ ਹਰ ਇਨਸਾਨ ਦਾ ਵੱਖਰਾ ਹੋ ਸਕਦਾ ਵਾ ਕਿਉਂਕਿ ਹਰ ਇਨਸਾਨ ਇੱਕ ਵੱਖਰੇ ਤਰੀਕੇ ਨਾਲ ਇੱਕ ਆਪਦੇ ਆਪ 'ਚ ਪੀਸ ਜਾਂ ਕੌਮ ਮਹਿਸੂਸ ਕਰਦਾ ਵਾ ਸੋ
ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਮੋਸਟ ਆਫ ਦਾ ਪੇਰੈਂਟਸ ਮੇਰੇ ਕੋਲ ਆਉਂਦੇ ਜਿਵੇਂ ਤੁਸੀਂ ਕਿਹਾ ਬਹੁਤ ਟਾਇਰਡ ਆ ਘਰੋਂ ਕਈ ਵਾਰ ਕੰਮ ਕਰਦੇ ਆਂ ਤੇ ਲਾਈਕ ਸਾਡੇ ਕੋਲ ਬੱਚਿਆਂ ਨੂੰ ਦੇਣ ਨੂੰ ਰਹਿੰਦਾ ਹੀ ਨਹੀਂ ਤੁਸੀਂ ਕਹਿੰਦੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਇੱਕ ਦੂਜੇ ਨੂੰ ਸਮਝੋ ਬਟ ਯੂ ਆਰ ਸੋ ਐਗਜ਼ੌਸਟਡ ਐਟ ਦ ਐਂਡ ਆਫ ਦ ਡੇ ਯੂ ਡੋਨਟ ਵਾਂਟ ਕਿ ਲਾਸਟ ਥਿੰਗ ਯੂ ਵਾਂਟ ਟੂ ਡੂ ਇਜ਼ ਕਿ ਰੀਲੀ ਬੀ ਕੰਪੈਸ਼ਨੇਟ ਐਂਡ ਐਮਪੈਥੀ ਕਰਨਾ ਆਪਣੇ ਬੱਚਿਆਂ ਨਾਲ ਜਾਂ ਆਪਣੇ ਪਾਰਟਨਰ ਨਾਲ ਐਂਡ ਆਈ ਡੂ ਅੰਡਰਸਟੈਂਡ ਸਭ ਤੋਂ ਪਹਿਲਾਂ ਤਾਂ ਇਹ ਬੜਾ ਜ਼ਰੂਰੀ ਆ ਬਿਕਾਜ਼ ਅਸੀਂ ਜਿਹੜਾ ਇੱਕ ਮਾਨਸਿਕ ਵਾਲਾ ਜਿਹੜਾ ਜੱਗ ਆ ਜਿੰਨਾ ਚਿਕ ਅਸੀਂ ਆਪਣਾ ਨਹੀਂ ਭਰਦੇ ਅਸੀਂ ਦੂਸਰੇ ਤੇ ਡੋਲ ਨਹੀਂ ਸਕਦੇ ਹੋ ਜਿੰਨਾ ਚਿਕ ਸਾਡੇ ਅੰਦਰ ਵਾਲਾ ਸ਼ਾਂਤੀ ਵਾਲਾ ਤੇ ਪਿਆਰ ਵਾਲਾ ਜੱਗ ਅਸੀਂ ਆਪ ਦਾ ਨਹੀਂ ਭਰਦੇ ਇਟ ਇਜ਼ ਵੈਰੀ ਹਾਰਡ ਕਿ ਅਸੀਂ ਆਪਣੇ ਬੱਚਿਆਂ ਤੇ ਡੋਲ ਸਕੀਏ ਉਹ ਚੀਜ਼ ਜਾਂ ਆਪਣੇ ਪਾਰਟਨਰ ਤੇ ਸੋ ਇਹ ਬੜਾ ਜ਼ਰੂਰੀ ਬਿਕਾਜ਼ ਅਸੀਂ ਖਾਲੀ ਆ ਐਂਡ ਅਸੀਂ ਲੋਕਾਂ ਨੂੰ ਵੀ ਆਪਦੇ ਆਪ ਨੂੰ ਖਾਲੀ ਦੇ ਰਹੇ ਹਾਂ ਰਾਈਟ ਫਿਰ ਸਾਡੀ ਫਰਸਟ੍ਰੇਸ਼ਨ ਨਿਕਲ ਰਹੀ ਉਹਨਾਂ ਤੇ ਡਿਸਪਾਇੰਟ ਨਿਕਲ ਰਹੀ ਉਹਨਾਂ ਤੇ ਉਹਨਾਂ ਤੇ ਐਂਗਜ਼ਾਇਟੀ ਉਹਨਾਂ ਤੇ ਸਟ੍ਰੈਸ ਨਿਕਲ ਰਹੀ ਆ ਸੋ ਆਪਦੇ ਆਪ ਦੇ ਵਿੱਚ ਇਹ ਚੈੱਕ ਇਨ ਕਰੋ ਬਿਕਾਜ਼ ਬਹੁਤ ਜਿਹੜੇ ਸਾਡੇ ਫਿਜ਼ੀਕਲ ਹੱਗ ਤੋਂ ਸਾਨੂੰ ਬੜੀ ਸਾਡੀ ਇੱਕ ਮਾਨਸਿਕਤਾ ਦਾ ਫੂਡ ਸੀਗਾ ਇਟ ਯੂਜ਼ ਟੂ ਮੇਕ ਯੂ ਫੀਲ ਸੋ ਗੁੱਡ ਰਾਈਟ ਐਂਡ ਹੁਣ ਉਹ ਨਹੀਂ ਹੈਗਾਗਾ ਐਂਡ ਸੋ what can you do ਕਿ ਆਪਦੇ ਆਪ ਨੂੰ ਤੁਸੀਂ ਮਾਨਸਿਕ ਤੌਰ ਤੇ ਫਿਲ ਕਰੋ ਇੱਕ ਸਿਰਫ ਸਰੀਰਕ ਵਾਲਾ ਫੂਡ ਨਹੀਂ ਤੁਸੀਂ ਖਾਣਾ ਕਿ ਤੁਸੀਂ ਫੂਡ ਖਾਣੇ ਹੋ ਇੱਕ ਮਾਨਸਿਕ ਫੂਡ ਵੀ ਤੁਸੀਂ ਖਾਣਾ ਐਂਡ that is different for everybody and you have to find out what is your mental food what is that makes you feel good and you have to do it so for some people it could be maybe 20 minutes walk by themselves where there's no kids and there's nobody and partners can take turns right say ਵੀ ਮੈਂ 20 ਮਿੰਟ ਦੀ ਵਾਕ ਤੇ ਜਾਣਾ ਮੈਂ 30 ਮਿੰਟ ਦੀ ਵਾਕ ਤੇ ਜਾਣਾ ਐਂਡ ਮੈਂ ਸਿਰਫ ਆਪਦੇ ਆਪ ਨਾਲ ਰਹਿਣਾ ਬਿਕਾਜ਼ it's difficult ਜਦੋਂ ਤੁਸੀਂ ਘਰੇ ਹੁੰਦੇ ਹੋ ਸੋ ਮੇਬੀ ਉਹ ਚੀਜ਼ ਤੁਹਾਡੀ ਮਾਨਸਿਕਤਾ ਵਾਲਾ ਜੱਗ ਭਰਦੀ ਆ and that you have to do it maybe you have to play a sport for like once a week or twice a week somewhere just for yourself and you have to connect with people with the 6 meter difference distance you just have to connect and you have to play 2 or 3 times a week so you can feel good and when you feel good you come home and you make the children feel okay and you because now your partner is with somebody who's happy and your children are living with somebody who's happy but if someone is ਜੇ ਤੁਸੀਂ ਆਪ ਦਾ ਆਪ ਹੀ ਨਹੀਂ ਅਜੇ ਮਾਨਸਿਕ ਆਪ ਹੀ ਫਰਸਟ੍ਰੇਟਡ ਤੇ ਸੈਡ ਬਹੁਤ ਹੋ ਇਹ ਬਹੁਤ ਡਿਫਿਕਲਟ ਹੋ ਸਕਦਾ ਕਿ ਤੁਹਾਡੇ ਬੱਚੇ ਵੀ ਖੁਸ਼ ਰਹਿਣ ਤੇ ਤੁਹਾਡਾ ਘਰ ਵਾਲਾ ਜਾਂ ਤੁਹਾਡੀ ਘਰ ਵਾਲੇ ਵੀ ਖੁਸ਼ ਰਵੇ ਸੋ ਸਾਡਾ ਮਾਨਸਿਕ ਜਗ ਤੁਸੀਂ ਕਿਵੇਂ ਭਰਨਾ ਵਾ maybe it could be a reading a book for somebody maybe it's like someone ਜਿਹੜੇ ਤੁਸੀਂ naturally ਤੁਸੀਂ connect ਹੁੰਦੇ ਹੋ ਤੁਸੀਂ phone ਤੇ FaceTime ਤੇ ਤੁਸੀਂ ਹਫਤੇ ਦੇ ਵਿੱਚ ਜਿੰਨੇ ਟਾਈਮ ਵੀ ਤੁਹਾਡਾ schedule allow ਕਰਦਾ ਸੋ ਤੁਸੀਂ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ connect ਹੋਵੋ ਕੋਈ ਵੀ ਤਰੀਕਾ ਕਈ ਲੋਕਾਂ ਨੂੰ maybe ਕਈ ਵਾਰ ਤੁਹਾਨੂੰ family ਦੀ support ਚਾਹੀਦੀ ਕਿ ਸ਼ਾਇਦ ਤੁਸੀਂ ਨਹੀਂ ਮਿਲ ਸਕਦੇ so maybe go to them and then have a 6 meter distance and talk to them and connect with them say I need this is what I need so I can go home and function well so I can go home and function well at my job but I need to take care of my mental health and for that you have to tune into your mental health what are you feeling you have to take care of your feelings so if you're feeling sad frustrated disappointed go into those feelings what it is it could be maybe you're spending too much time with children and you need a little bit time away and it could be maybe you're spending too much time being alone and you need a little bit time with the people and and connecting with other people. So whatever fills your mental health jug, you need to do that. And your feelings are best at telling you what it is that you need. ਜੀ ਭਵਿੰਦਰ ਥੈਂਕ ਯੂ ਵੈਰੀ ਮਚ ਭਵਿੰਦਰ ਐਂਡ ਜੇ ਮੈਂ ਕਿਸੇ ਦੇ ਵੀ ਕੁਐਸਚਨ ਜਿਹੜੇ ਆ ਤੇ ਮਿਸ ਕੀਤੇ ਹੈਗੇ ਨੇ ਇਫ ਆਮ ਨਾਟ ਇਨਕਲੂਡਡ ਐਨੀ ਕਾਈਂਡ ਆਫ ਪੀਪਲ ਆਊਟ ਦੇਅਰ ਤੁਸੀਂ ਆਖਰੀ ਦੇ ਵਿੱਚ this has been the best conversation I've had around mental health honestly speaking and ਜਿਹੜਾ ਸਾਡੇ community ਨੂੰ ਇੰਨਾ ਜ਼ਿਆਦਾ relate ਕਰ ਸਕੇ information ਜਿਹੜਾ ਸਿੱਖ ਚੈਨਲ ਦੇ viewers ਦੇਖ ਕੇ ਆਪਣੇ ਆਪ ਨੂੰ validate ਕਰ ਸਕਣ ਤੇ it has been absolute pleasure to speak with you ਪਲਵਿੰਦਰ ਤੁਸੀਂ ਆਖਰੀ ਦੇ ਵਿੱਚ ਜਿੰਨੇ viewers ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਜਿਵੇਂ ਅਸੀਂ ਇੱਕ ਸਰੀਰ ਦੀ ਟੇਕ ਕੇਅਰ ਕਰਦੇ ਹਾਂ ਜਿਵੇਂ ਅਸੀਂ ਐਕਸਰਸਾਈਜ਼ ਕਰਦੇ ਹਾਂ ਜਿਵੇਂ ਅਸੀਂ ਆਪਦੇ ਸਰੀਰ ਨੂੰ ਇੱਕ ਚੰਗੇ ਭੋਜਨ ਦਿੰਦੇ ਹਾਂ ਵੀ ਮੇਕ ਸ਼ੋਰ ਦੈਟ ਵੀ ਈਟ ਗੁੱਡ ਵੀ ਆਲਸੋ ਮੇਕ ਸ਼ੋਰ ਕਿ ਸਾਨੂੰ ਮੈਂਟਲ ਹੈਲਥ ਸਾਡੀ ਮਾਨਸਿਕ ਸਿਹਤ ਵੀ ਉਨੀ ਹੀ ਜ਼ਰੂਰੀ ਆ ਜਿੰਨੀ ਸਾਡੀ ਸਰੀਰਕ ਆ ਬਿਕਾਜ਼ ਜੇ ਤੁਹਾਡਾ ਸਰੀਰ ਵਧੀਆ ਵਾ ਤੇ ਤੁਹਾਡੇ ਮਨ ਦੇ ਨਹੀਂ ਖੁਸ਼ ਹੈਗੇ ਤਾਂ ਤੁਸੀਂ ਇੱਕ ਬੈਲੈਂਸ ਜਾਂ ਖੁਸ਼ ਲਾਈਫ ਨਹੀਂ ਜਿਉ ਸਕਦੇ ਸੋ ਜਿਵੇਂ ਤੁਸੀਂ ਇੱਕ ਲੱਤ ਟੁੱਟਿਆ ਅੱਖ ਦੁਖਦੇ ਆ ਬੁਖਾਰ ਹੁੰਦੇ ਆ ਡਾਕਟਰ ਕੋਲੇ ਜਾਂਦੇ ਆ ਉਵੇਂ ਜਦੋਂ ਤੁਸੀਂ ਮਾਨਸਿਕ ਤਣਾਅ ਮਹਿਸੂਸ ਕਰਦੇ ਹੋ ਰੀਚ ਆਊਟ ਆਸਕ ਫॉर ਹੈਲਪ because there is help ਕਈ ਵਾਰ ਸਾਨੂੰ ਲੱਗਦਾ ਹੈਗਾ ਕਿ ਅਸੀਂ ਜਿਹੜੇ ਪਾਰਟਨਰ ਨਾਲ ਰਹਿ ਰਹੇ ਹਾਂ ਕੌਣ ਸਾਡੀ ਮਦਦ ਕਰੂਗਾ I mean like nobody can help us to get rid of this partner only ਕਿ ਅਸੀਂ ਸਟਕ ਆ ਜਾਂ ਸਾਡੇ ਬੱਚੇ
ਇਹ ਜ਼ਰੂਰੀ ਨਹੀਂ ਹੁੰਦਾਗਾ ਕਿ ਜਿਹੜੀ ਤੁਹਾਡੀ ਹੈਲਪ ਆ ਉਹ ਇੱਕ ਫਿਜ਼ੀਕਲ ਹੈਲਪ ਹੋਵੇ, ਸਾਡੀ ਮਾਨਸਿਕਤਾ ਤੇ ਵੀ ਹੈਲਪ ਹੁੰਦੀ ਹੈ। ਜਦੋਂ ਅਸੀਂ ਤਣਾਅ ਦੇ ਵਿੱਚ ਹੁੰਦੇ ਹੋ, ਕੋਈ ਸਾਨੂੰ ਸੁਣਨ ਵਾਲਾ ਹੋਵੇ, ਕੋਈ ਸਾਨੂੰ ਇੱਕ ਡਿਫਰੈਂਟ ਸੋਚ ਵਿਚਾਰ ਦੇਣ ਵਾਲਾ ਹੋਵੇ, ਐਂਡ ਇਹੀ ਹੈਲਪਫੁਲ ਆ। ਸੋ ਆਸਕਿੰਗ ਫॉर ਹੈਲਪ ਆਪਦੀ ਮਾਨਸਿਕ ਸਿਹਤ ਵਾਸਤੇ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਦੁੱਖ ਸਾਡੀ ਜ਼ਿੰਦਗੀ 'ਚ ਇਨਐਵਿਟੇਬਲ ਆ। ਦੁੱਖ ਸਾਡੀ ਜ਼ਿੰਦਗੀ ਦਾ ਇੱਕ ਕੰਟਰੈਕਟ ਆ। When you come into life, you have a contract that you're going to cry and you're going to laugh. It's both of them, but we accept one and we reject the other. So life doesn't work that way, right? So if you made a contract, you have to you do both. So ਦੁੱਖ ਸਾਡੀ ਜ਼ਿੰਦਗੀ ਦਾ ਕੰਟਰੈਕਟ ਆ, ਇਹ ਤੋਂ ਕੋਈ ਵੀ ਬਚ ਨਹੀਂ ਸਕਿਆ। ਪਰ ਦੁੱਖ ਦੇ ਵਿੱਚ ਇਕੱਲੇ ਰਹਿਣਾ ਸਾਡੀ ਜ਼ਿੰਦਗੀ ਦਾ ਕੰਟਰੈਕਟ ਨਹੀਂ ਹੈਗਾ। ਇਸੇ ਕਰਕੇ ਸਾਡੇ ਆਲੇ ਦੁਆਲੇ ਰਿਸ਼ਤੇ ਕ੍ਰੀਏਟ ਹੁੰਦੇ ਆ, ਤਾਂ ਜੋ ਦੁੱਖ ਦੇ ਵਿੱਚ ਇਨਸਾਨ ਇੰਨੇ ਹੁੰਦੇ ਆ ਤਾਂ ਜੋ ਅਸੀਂ ਦੁੱਖ ਦੇ ਵਿੱਚ ਇਕੱਲੇ ਨਾ ਰਹਿ ਸਕੀਏ। So thank you so much. The pleasure was all mine. Thank you so much for talking to me, and I'm so glad we were able to connect over the phone. This technology. I normally कई parents में कहनी technology तो दूर हो, but trust me, this COVID thing has made me. I'm in love with technology because because of technology I could only survive mentally Understandably. and physically. ਅੰਡਰਸਟੈਂਡੇਬਲੀ ਥੈਂਕ ਯੂ ਸੋ ਮਚ ਪਲਵਿੰਦਰ। ਤੁਸੀਂ ਦੁੱਖ ਦੀ ਗੱਲ ਕੀਤੀ। ਸਾਰੇ ਵਿਊਅਰਸ ਜਿਹੜੇ ਨੇ, ਤੁਸੀਂ ਸਿੱਖ ਚੈਨਲ ਦਿਨ ਰਾਤ ਦੇਖਦੇ ਹੈਗੇ ਆ। ਰਹਿਰਾਸ ਸਾਹਿਬ ਵਿੱਚ ਆਉਂਦਾ ਹੈ, ਦੁੱਖ ਦਾਰੂ ਸੁਖ ਰੋਪਿਆ ਜਾਂ ਸੁਖ ਤਾਮ ਨਾ ਹੋਈ। ਜਿਹੜਾ ਵੀ ਪਲਵਿੰਦਰ ਨੇ ਕਿਹਾ ਹੈਗਾ, ਤੁਸੀਂ ਸਿੱਖ ਚੈਨਲ ਦੇ ਫੇਸਬੁੱਕ ਪੇਜ 'ਤੇ ਜਾ ਕੇ ਸਾਡੀ ਇਹ ਵੀਡੀਓ ਦੇਖ ਸਕਦੇ ਹੈਗੇ ਆ। ਪਲਵਿੰਦਰ ਦੀ ਜਿਹੜੀ ਵੈਬਸਾਈਟ ਹੈਗੀ ਆ palvindergill.com, ਉੱਥੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਦੇਖ ਸਕਦੇ ਆ। ਪਲਵਿੰਦਰ ਦਾ ਆਪਣਾ ਫੇਸਬੁੱਕ ਪੇਜ ਜਿਹੜਾ ਆ ਉਹਨੂੰ ਵੀ ਜ਼ਰੂਰ ਚੈੱਕ ਆਊਟ ਕਰਿਓ। ਪਲਵਿੰਦਰ, ਥੈਂਕ ਯੂ ਵੈਰੀ ਮਚ ਸਾਡੇ ਨਾਲ ਅੱਜ ਜੁੜਨ ਵਾਸਤੇ। ਤੇ ਇੱਥੇ ਹੀ ਆਪਣੇ ਸਾਰੇ ਵਿਊਅਰਸ ਨੂੰ ਆਪਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।